ਇੱਕ ਆਹ ਗੱਲ ਮੈਂ ਕੌਮ ਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਸਿਰ ਰੱਖ ਕੇ, ਇਹ ਵੀ ਅਗਲਿਆਂ ਨੂੰ ਪਤਾ ਤਾਂ ਵੀ ਇਹਨੂੰ ਛਡਾਉਣ ਵਾਸਤੇ ਤੇ ਬਰਖਲਾਫ ਕਿਹਨੇ ਜਾ ਕੇ ਥਾਣੇ 'ਚ ਪੇਸ਼ ਹੋਣਾ ਹੈ। ਇਹ ਗੱਲ ਤੁਹਾਨੂੰ ਸਭਾ ਆਏ ਤੇ ਪਤਾ ਲੱਗ ਜੂਗਾ ਕਿਵੇਂ ਬੇਅਦਬੀ ਹੁੰਦੀ ਰਹੇਗੀ। ਦੇਖ ਲਈ ਆਪਾਂ ਐਡਾ ਵੱਡਾ ਅਡੰਬਰ ਰਚਿਆ ਹੁੰਦਾ ਸ਼੍ਰੋਮਣੀ ਕਮੇਟੀ ਨੇ, ਬਰਛੀਆਂ ਵਾਲੇ ਸਿੰਘ ਹਰ ਇੱਕ ਥਾਂ ਤੇ ਖੜਾ। ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਜਿਹੜੀ 3 ਫੁੱਟੀ ਫਿਰ ਕਾਹਦੇ ਲਈ ਚੱਕੀ ਫਿਰਦੇ ਨੇ ਜਥੇਦਾਰ ਸਾਹਿਬ? ਜੇ ਉਹਨਾਂ ਨੇ ਕਤਲ ਤੋਂ ਇੰਨਾ ਡਰ ਲੱਗਦਾ ਤੇ ਅਸਤੀਫਾ ਦੇਣ, ਘਰੇ ਬੈਠਣ। ਕਿਸੇ ਦੇ ਨਾਲ ਖੜ ਕੇ ਮੈਂ ਗੋਲੀ ਮਾਰ ਦੂੰ, ਮੈਂ ਫਲਾਣਾ ਕਰ ਦੂੰ, ਜੋ ਕਰਨਾ ਗੁਰੂ ਦੀ ਬੇਅਦਬੀ ਵਾਸਤੇ ਟੱਬਰ ਵਾਰ ਦੋ, ਪਰ ਆਪਣੇ ਨਾਲ ਖੜੇ ਜਿਹੜਾ ਤੁਹਾਡੇ ਗੁਆਂਢ 'ਚੋਂ ਗਿਆ ਉਹਦੇ ਨਾਲ ਕੋਈ ਗੱਲ ਇਦਾਂ ਦੀ ਨਾ ਕਰੋ। ਰੱਬ ਦਾ ਵਾਸਤਾ ਜੇ ਬਚਣਾ, ਨਹੀਂ ਤਾਂ ਫਿਰ ਤੁਸੀਂ ਤਾਂ ਕਿਸੇ ਤੇ ਕੁਛ ਨਹੀਂ ਮਾਰਨਾ, ਤੁਹਾਡੀਆਂ ਲੱਤਾਂ ਅਗਲੇ ਨੇ ਪੀੜ ਕੇ ਸਿੱਟ ਦੇਣੀਆਂ। ਪ੍ਰੂਫ ਤੁਹਾਡੇ ਜੇਬ 'ਚੋਂ ਕੱਢ ਕੇ ਕਰਿਆ ਹੋਇਆ ਰਿਕਾਰਡ ਅਗਲੇ ਨੇ ਟਾਂ ਬੋਲਣਾ ਤੋਤੇ ਵਾਂਗੂ ਤੁਸੀਂ ਉੱਥੇ। ਇੱਕ ਵਾਰ ਮੁਸਲਮਾਨਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਬਹੁਤ ਬੜੀ ਮਸਜਿਦ ਹੈ, ਉਹਦੇ ਵਿੱਚ ਮੁਸਲਮਾਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੀ ਮੁੱਛ ਦਾ ਬਾਲ ਪਿਆ, ਉਹਦੇ 'ਚ ਬਾਲ ਦੀ ਪੂਜਾ ਕਰਦੇ। ਇੱਕ ਵਾਰ ਤੁਹਾਨੂੰ ਸ਼ਾਇਦ ਯਾਦ ਹੋਊਗਾ ਬਹੁਤੇ ਬੰਦਿਆਂ ਨੂੰ ਵੀ, ਉਹ ਬਾਲ ਚੋਰੀ ਹੋ ਗਿਆ ਸੀ ਔਰ ਉਹਨਾਂ ਨੇ ਤੂਫਾਨ ਮਚਾਤਾ ਸੀ, ਤੂਫਾਨ ਲਿਆਤਾ ਸੀ ਮੁਸਲਮਾਨਾਂ ਨੇ, ਔਰ ਅਖੀਰ ਨੂੰ ਸਰਕਾਰ ਨੂੰ ਉਹ ਬਾਲ ਬਰਾਮਦ ਕਰਕੇ ਉੱਥੇ ਦੁਬਾਰਾ ਰੱਖਣਾ ਪਿਆ। ਇੰਨਾ ਰੁਪਈਆ, ਇੰਨਾ ਪੈਸਾ ਗੁਰੂ ਘਰ ਦਾ ਉਹਨਾਂ ਨੇ ਇੱਥੋਂ ਲੁੱਟ ਲਿਆ ਕਿ ਉਹਨਾਂ ਦੀਆਂ 7 ਪੁਸ਼ਤਾਂ ਬੈਠ ਕੇ ਖਾ ਸਕਦੀਆਂ ਨੇ। ਜੇ ਹੁਣ ਉਹਨਾਂ ਨੂੰ ਕਤਲਾਂ ਤੋਂ ਡਰ ਲੱਗਦਾ ਤੇ ਘਰੇ ਬੈਠਣ। ਬਕਵਾਸ ਕਰਨੀ ਬੰਦ ਕਰ ਦਿਓ, ਜਿਹੜਾ ਕੁਛ ਕਰਨਾ ਕਰ ਦਿਓ ਬਸ ਚੁੱਪ ਚਪੀਤੇ ਹੀ। ਗੁਰੂ ਸਾਹਿਬ ਨੂੰ ਕਰੋ ਅਰਦਾਸ, ਹੁਕਮਨਾਮਾ ਲਓ, ਜਾ ਕੇ ਫੜਕਾ ਦਿਓ, ਪਰ ਆਪਣੇ ਨਾਲ ਵਾਲੇ ਨੂੰ ਕਾਂ ਨਾ ਕਰੋ ਵੀ ਮੈਂ ਆਹ ਕਰੂੰਗਾ, ਮੈਂ ਉਹ ਕਰੂੰਗਾ। ਕੁਛ ਨਹੀਂ ਕਰਨਾ, ਆਪਾਂ ਨੇ ਛਿੱਤਰ ਖਾਣੇ ਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਆ ਕੇ ਬੇਅਦਬੀ ਹੋ ਗਈ ਤੇ ਹੋਰ ਦੱਸੋ ਸੁਰੱਖਿਅਤ ਕਿੱਥੇ ਹੈ? ਜੇ ਇੱਥੇ ਬੈਠਣਾ ਤਾਂ ਬਾਈ ਜੀ ਕਤਲ ਵੀ ਕਰਨਾ ਪਊ, ਜੇ ਕੋਈ ਸਾਡੇ ਗੁਰੂ ਤੇ ਚੜ੍ਹ ਕੇ ਆਊਗਾ। ਜਿਹੜੇ ਦੁਨਿਆਵੀ ਲੋਕ ਹੈ ਉਹ 50-50 ਗਨਮੈਨ ਲਈ ਫਿਰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਹੈ ਔਰ ਸਾਡਾ ਸਭ ਤੋਂ ਬੜਾ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ, ਉੱਥੇ ਬੇਅਦਬੀ ਹੁੰਦੀ ਹੈ। ਸ਼ਰਮ ਨਹੀਂ ਆਉਂਦੀ ਸਾਨੂੰ ਕਹਿੰਦੇ ਨੂੰ ਇਦਾਂ ਵੀ ਇਹ ਫਲਾਣੇ ਬੰਦੇ ਆ, ਧਮਕੇ ਬੰਦੇ ਆ। ਕਰਕੇ ਅਰਦਾਸਾ ਜੋ ਕੁਛ ਕਰਨਾ ਕਰ ਦਿਓ, ਪਰ ਲਾਗ ਵਾਲੇ ਕੋਲ ਜਾ ਕੇ ਟਾਂ ਮਗਜ ਨਾ ਮਾਰੋ। ਇਹ ਗੱਲ ਨੇ ਤੁਹਾਨੂੰ ਮਰਵਾ ਦੇਣਾ। ਮੈਂ ਤੁਹਾਨੂੰ ਦੱਸ ਦਿੰਦਾ, ਮੈਂ 10 ਘੰਟੇ ਹੋ ਗਏ ਇਹੀ ਕੁਛ ਦੇਖ। ਮੰਗੂ ਮੱਠ ਗੁਰਦੁਆਰਾ ਢਾਤਾ, ਅਸੀਂ ਉੱਥੇ ਨਹੀਂ ਜਾਂਦੇ ਕਿਉਂਕਿ ਉੱਥੇ ਗੋਲਕ ਨਹੀਂ ਹੈਗੀ। ਅਸੀਂ ਹਰ ਕੀ ਪੌੜੀ ਨਹੀਂ ਜਾਂਦੇ ਕਿਉਂਕਿ ਉੱਥੇ ਗੋਲਕ ਨਹੀਂ ਹੈਗੀ। ਅਸੀਂ ਡਾਂਗਮਾਰ ਸਾਹਿਬ ਨਹੀਂ ਜਾਂਦੇਗੇ। ਤੇ ਪਰ ਜੇ ਇੱਥੇ ਕੋਈ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਹਿਸਾਬ ਮੰਗਣ ਲੱਗੇ, ਜੇ ਅਸੀਂ ਡਾਂਗ ਫੇਰ ਲੱਗੇ ਮਿੰਟ ਮਾਰਦੇ ਹਾਂ। ਉੱਥੇ ਕੇਸਾਂ ਦਾ ਡਰ ਨਹੀਂ ਲੱਗਦਾ। ਬਹੁਤੇ ਜਕਾਰੇ ਛੱਡਣ ਦੀ ਲੋੜ ਨਹੀਂ। ਬਾਬੇ ਸ੍ਰੀ ਚੰਦ ਵਾਂਗੂ ਬਾਂਹ ਖੜੀ ਕਰਕੇ ਇਹਨਾਂ ਨੂੰ ਥੱਲੇ ਰੱਖ ਕੇ ਮਾਰ ਦਿਓ ਜਿਹਨੇ ਮਾਰਨਾ। ਛੱਡੋ ਨਾ ਸਾਲੇ ਨੂੰ। ਮੈਂ ਤਾਂ ਕਹਿੰਦਾ ਜਿੱਥੇ ਡਿੱਕੇ ਆਉਂਦਾ ਰਗੜ ਦਿਓ ਬਸ। ਚਾਹੇ ਟਾਸਕ ਫੋਰਸ ਸਿੱਖਾਂ ਨੂੰ ਮਾਰੇ, ਚਾਹੇ ਸਿੱਖ ਵਿਰੋਧੀਆਂ ਨੂੰ ਮਾਰੇ, ਕੋਈ 2 ਧਾਰਾ ਤਾਂ ਲੱਗਦੀਆਂ ਨਹੀਂ ਹੋਣੀਆਂ ਅੱਡੋ ਅੱਡ। ਫਿਰ ਉੱਥੇ ਇਹੋ ਜਿਹਾ ਕਿਹੜਾ ਇਹਨਾਂ ਨੂੰ ਹੱਲਾਸ਼ੇਰੀ ਦੇ ਦਿੰਦਾ? ਕਿਹੜੀ ਸਰਕਾਰ, ਕਿਹੜੀਆਂ ਏਜੰਸੀਆਂ ਇਹਨਾਂ ਨੂੰ ਹੱਲਾਸ਼ੇਰੀ ਦੇ ਦਿੰਦੀਆਂ ਕਿ ਸਿੱਖਾਂ ਦੇ ਡਾਂਗ ਭਰਾ ਦਿਓ? ਇੱਕ ਕੰਮ ਕਰਨਾ ਸ਼ੁਰੂ ਕਰ ਦਿਓ, ਕੇਸ ਦਾੜੀ ਰੱਖ ਕੇ ਨਸ਼ੇ ਛੱਡ ਕੇ ਜਪਜੀ ਸਾਹਿਬ ਦਾ ਰਹਿ ਰਸ ਦਾ ਪਾਠ ਕਰਨਾ ਸ਼ੁਰੂ ਕਰ ਦਿਓ। ਤੁਹਾਡਾ ਮਾਲਕ ਗੁਰੂ ਗੋਬਿੰਦ ਸਿੰਘ ਹੋਊਗਾ, ਜਿਹਨੂੰ ਮਰਾਉਣਾ ਆਪੇ ਸਿਰ ਪਰ ਹੱਥ ਰੱਖ ਕੇ ਮਰਾ ਲੂਗਾ। ਆਪਾਂ ਮਾਰੇ ਨਹੀਂ ਕਿਸੇ ਨੂੰ ਸਕਦੇ, ਇਹ ਗੱਲ ਪੱਕੀ ਹੈ। ਬਹੁਤ ਸਾਰੇ ਲੋਕ ਅਜਿਹੇ ਸਵਾਲ ਕਰਦੇ ਨੇ ਵੀ ਜਦੋਂ ਤਾਂ ਅਜਿਹਾ ਮੁੱਦਾ ਆਉਂਦਾ ਏ ਕੈਮਰੇ ਲੱਗ ਜਾਂਦੇ ਨੇ। ਬਹੁਤ ਲੋਕ ਜਿਹੜੇ ਹੈਗੇ ਦਲੇਰ ਬਣੇ ਹੁੰਦੇ ਆ ਵੀ ਉਸੇ ਟਾਈਮ ਸੋਧ ਦੇਣਾ ਚਾਹੀਦਾ ਸੀ, ਮੈਨੂੰ ਦਿਓ ਮੌਕਾ, ਮੈਂ ਸੋਧ ਦਿੰਦਾ। ਉਹ ਕਹਿੰਦੇ ਬਾਅਦ 'ਚ ਜ਼ਮਾਨਤਾਂ ਹੋ ਕੇ ਵੀ ਤਾਂ ਬਾਹਰ ਆ ਜਾਂਦੇ, ਫੇਰ ਲਾ ਦਿਓ ਸੋਧਾ ਇੱਕ ਅੱਧੇ ਨੂੰ, ਫੇਰ ਕਿਉਂ ਨਹੀਂ ਲਾਉਂਦੇ ਜੀ? ਕਹਿੰਦੇ ਮੈਂ ਔਨ ਰਿਕਾਰਡ ਕਹਿਣਾ ਕਿ ਹਰ ਸਿੱਖ ਨੂੰ ਜੇ ਆਪਣਾ ਵਜੂਦ ਰੱਖਣਾ, ਗੁਰੂ ਦੀ ਰਕਸ਼ਾ ਕਰਨੀ ਹੈ ਨਾ, ਜੇਬ ਦੇ ਵਿੱਚ ਤੇਜ਼ਾਬ ਜਾਂ ਮਿੱਟੀ ਦਾ ਤੇਲ ਜਾਂ ਪੈਟਰੋਲ ਲੈ ਕੇ ਚੱਲਣਾ ਚਾਹੀਦਾ। ਇਸ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਵਿਖੇ ਮੌਜੂਦ ਹੈਗੇ ਆਪਾਂ ਕਿਉਂਕਿ ਇੱਥੇ ਇੱਕ ਸਿਰ ਫੇਰੇ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਉਹਦੇ ਵੱਲੋਂ ਜੋ ਬੀੜੀ ਦਾ ਧੂੰਆਂ ਹੈਗਾ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਉਛਾਲਿਆ ਗਿਆ ਅਤੇ ਫਿਰ ਜੋ ਬੀੜੀ ਸੀ ਜਾਂ ਸਿਗਰਟ ਸੀ ਉਹ ਗੁਰੂ ਗ੍ਰੰਥ ਸਾਹਿਬ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਰਾਗੀ ਸਿੰਘਾਂ ਦੇ ਪੈਰਾਂ ਦੇ ਵਿੱਚ ਡਿੱਗ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਉਹ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਜਦੋਂ ਮਾਮਲਾ ਹੁੰਦਾ ਹੀ ਹੈ ਤੜਕਸਾਰ, ਤਾਂ ਉਹ ਮਾਮਲੇ ਨੂੰ ਇਹਨਾਂ ਦਾ ਕੀ ਵਿਚਾਰ ਨੇ, ਕਿਉਂਕਿ ਇਹ ਮੌਜੂਦ ਸੀਗੇ। ਸਭ ਤੋਂ ਪਹਿਲਾਂ ਲਾਈਵ ਵੀਡੀਓ ਇਹਨਾਂ ਦੇ ਵੱਲੋਂ ਪਾਈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਸਿੰਘ ਸਾਹਿਬ ਤੁਹਾਡਾ? ਹਾਂਜੀ, ਮਨਜਿੰਦਰ ਸਿੰਘ ਬਰਾੜ। ਬਰਾੜ ਸਾਹਿਬ, ਕਿਵੇਂ ਵੇਖਦੇ ਹੋ ਜੋ ਇਹ ਮਾਮਲਾ ਸਾਰਾ ਹੋਇਆ? ਤੁਸੀਂ ਇੱਥੇ ਮੌਜੂਦ ਸੀਗੇ, ਕੀ ਤੁਸੀਂ ਇੱਥੇ ਡਿਊਟੀ ਕਰਦੇ ਹੋ ਜਾਂ ਕਿਸ ਤਰ੍ਹਾਂ ਆਏ ਸੀਗੇ ਤੁਸੀਂ? ਦੇਖੋ, ਨਾ ਤਾਂ ਸਾਡੇ ਇੱਥੇ ਸੀ ਮੁਲਾਜ਼ਮ ਹੈ, ਨਾ ਇੱਥੇ ਡਿਊਟੀ ਕਰਦੇ ਜੀ। ਅਸੀਂ ਤਾਂ ਇੱਕ ਕਲਗੀਧਰ ਦੇ ਸੇਵਕ ਹੈ ਜੀ।
ਕਿਉਂਕਿ ਸਾਡਾ ਰਹਿਣ ਬਸੇਰਾ ਵੀ ਤਖਤ ਸਾਹਿਬ ਦੇ ਕੋਲ ਹੈ ਬਿਲਕੁਲ। ਤੇ ਅਸੀਂ ਹਰ ਪ੍ਰੋਗਰਾਮ ਤੇ ਉਰੇ ਜੋ ਵੀ ਪ੍ਰੋਗਰਾਮ ਹੁੰਦੇ ਉਹਨਾਂ ਵਿੱਚ ਸਮੂਲੀਅਤ ਕਰੀਦੀ ਜੀ। ਪਰ ਲੇਕਿਨ ਸਾਡਾ ਉਸ ਟਾਈਮ ਸਾਡਾ ਮਨ 'ਚ ਦਰਦ ਭਰਿਆ ਜਦੋਂ ਸਾਨੂੰ ਕਰੀਬ 11:30 ਵਜੇ ਕਿ ਇਹ ਜਿਹੜਾ ਮਾਮਲਾ ਹੈ ਇਹ ਕਰੀਬ 4:30 ਵਜੇ ਦੇ ਕਰੀਬ ਦਾ ਇਹ ਜਦੋਂ ਤਖਤ ਸਾਹਿਬ ਨਗਾਰਾ ਵੱਜਦਾ, ਸਤਿਗੁਰਾਂ ਦਾ ਜਿਹੜਾ ਪ੍ਰਕਾਸ਼ ਹੈ ਉਹ ਲੈ ਕੇ ਜਾਇਆ ਜਾਂਦਾ ਜੀ। ਉਦੋਂ ਜਿਹੜਾ ਉਹ ਬੰਦਾ ਸੀ ਉਹ ਜੋ ਮੁਤਾਬਕ ਜੋ ਕੈਮਰਿਆਂ ਦੇ ਮੁਤਾਬਕ ਜੋ ਸਿੰਘ ਸਾਹਿਬ ਜੋ ਹੋਰ ਦੱਸਦੇ ਨੇ ਕਿ ਉਹ ਬੰਦਾ 1 ਘੰਟਾ ਪਹਿਲਾਂ ਹੀ ਆ ਕੇ ਉੱਥੇ ਬਿਰਾਜਮਾਨ ਹੋ ਗਿਆ ਤਾਂ ਪਰ ਉਹ 1 ਘੰਟੇ ਵਿੱਚ ਉਹਦੇ ਕਿਸੇ ਪਰ ਨਿਗਾਹ ਹੀ ਨਹੀਂ ਗਈ ਉਹਦੇ ਪਰ। ਜਦੋਂ 4:30 ਵਜੇ ਦੇ ਕਰੀਬ 3:05 ਤੇ ਦੱਸਦੇ ਆ ਵੀ ਉਹ ਆ ਕੇ ਅੰਦਰ ਬੈਠ ਗਿਆ ਸੀ ਤੜਕੇ ਨੂੰ। ਹਾਂਜੀ। ਤੇ ਉਹ ਜਦੋਂ 4:30 ਵਜੇ ਨਗਾਰਾ ਵੱਜਿਆ ਉਦੋਂ ਉੱਠ ਕੇ ਉਹ ਦੱਸਦੇ ਆ ਜਿਸ ਤਰ੍ਹਾਂ ਜਿਹੜੇ ਉੱਥੇ ਮੌਜੂਦ ਸਨ, ਕਿਉਂਕਿ ਜਿਹੜੇ ਬਹੁਤੇ ਸਾਡੇ ਘਰਾਂ ਦੇ ਕੋਲ ਤੇ ਕੁਝ ਲੇਡੀਜ਼ ਆਉਂਦੀਆਂ ਜਿਹੜੇ ਤੜਕਸਾਰ ਉੱਥੇ ਆਉਂਦੀਆਂ ਹਨ, ਜੇ ਸੇਵਾ ਕਰਦੀਆਂ ਹਨ, ਉਹਨਾਂ ਨੇ ਦੱਸਿਆ ਵੀ ਬੰਦਾ ਕਈਆਂ ਨੂੰ ਧੱਕਾ ਮਾਰ ਕੇ ਵੀ ਅੱਗੇ ਆਇਆ ਜੀ। ਤੇ ਉਹਨੇ ਸਭ ਤੋਂ ਪਹਿਲਾਂ ਕਿਸੇ ਦੇ ਮੂੰਹ ਦੇ ਉੱਪਰ ਜੋ ਮਤਲਬ ਉਹਨੇ ਸਿਗਰਟ ਦੀ ਸੀ ਉਹ ਧੂੰਆਂ ਛੱਡਿਆ ਤੇ ਛੱਡਣ ਤੋਂ ਬਾਅਦ ਉਹਨੇ ਜਿੱਦਾਂ ਹੀ ਉਹਨੂੰ ਕੋਈ ਵਰਜਿਆ ਗਿਆ ਕਿਸੇ ਵੱਲੋਂ ਜਾਂ ਕੀਤਾ ਗਿਆ, ਉਹਨੇ ਫੇਰ ਪਿੱਛੇ ਨੂੰ ਹਟ ਕੇ ਹੋਰ ਸੂਟਾ ਭਰ ਕੇ ਜਿਹੜੀ ਉਹ ਸਿਗਰਟ ਸੀ ਨਾ ਉਹ ਜਿਹੜੀ ਜਿੱਥੇ ਸੱਚਖੰਡ ਅੰਦਰ ਤਖਤ ਸ੍ਰੀ ਕੇਸਗੜ੍ਹ ਦੇ ਦਰਬਾਰ ਅੰਦਰ ਸਿੱਟੀ, ਜੋ ਰਾਗੀ ਸਿੰਘਾਂ ਦੇ ਪੈਰਾਂ ਦੇ ਵਿੱਚ ਜਾ ਕੇ ਕੋਲ ਜਾ ਕੇ ਉਹਦੇ ਡਿੱਗ ਗਈ। ਤੇ ਉਦੋਂ ਫਿਰ ਜਿਹੜੇ ਬਾਕੀ ਹੋਰ ਸੰਗਤ ਹੋਰ ਬਾਕੀ ਵੀ ਜਿਹੜੇ ਮੁਲਾਜ਼ਮ ਰਲੇ ਉਹਨਾਂ ਨੇ ਰਲ ਕੇ ਫੜ ਕੇ ਉਹਨੂੰ ਥੱਲੇ ਲਿਆ ਕੇ ਪੁਲਿਸ ਦੇ ਹਵਾਲੇ ਕਰਤਾ। ਪਰ ਲੇਕਿਨ ਆਮ ਸੰਗਤਾਂ ਨੂੰ ਇਸ ਗੱਲ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਤਾ। ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ। ਕਰੀਬ ਸਾਨੂੰ 11:30 ਪੌਣਾ 12 ਵਜੇ ਸਾਨੂੰ ਜਦੋਂ ਅਸੀਂ ਉਰੇ ਮੱਥਾ ਟੇਕਣ ਗਿਆ ਮੈਂ ਸੀਸਗੰਜ ਸਾਹਿਬ ਨੂੰ, ਉਦੋਂ ਰਸਤੇ 'ਚ ਕਿਸੇ ਨੇ ਦੱਸਿਆ ਵੀ ਇੱਦਾਂ SSP ਸਾਹਿਬ ਆ ਰਹੇ ਵੀ ਤੁਸੀਂ ਵੀ ਚੱਲੋ। ਮੈਂ ਕਿਹਾ ਨਹੀਂ ਵੀ ਆਪਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਸ਼ਹੀਦ ਦਾ ਸੰਸਕਾਰ ਹੋਇਆ ਵੀ ਉੱਥੇ ਨਮਸਕਾਰ ਕਰਨੀ। ਉਹ ਕਹਿੰਦੇ ਐਡਾ ਬੜਾ ਮਸਲਾ ਹੋ ਗਿਆ ਤੁਸੀਂ ਇੱਧਰ ਫਿਰਦੇ। ਜਦੋਂ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਸਾਡੇ ਮਨ ਦੇ ਅੰਦਰ ਬਹੁਤ ਭਾਰੀ ਰੋਸ ਆਇਆ, ਵਿਰਾਗ ਆਇਆ, ਕਿਉਂਕਿ ਸਾਡੀ ਜਿਹੜੀ ਇਹ ਖਾਲਸੇ ਦਾ ਪ੍ਰਗਟ ਸਥਾਨ ਹੈ, ਸਾਡੀ ਜਿਹੜੀ ਕੀਮਤ ਹੈ ਇਸ ਧਰਤੀ ਦੇ ਨਾਲ ਹੈ। ਦੇਖੋ ਜਿਹੜੀ ਪਹਿਲਾਂ ਬੇਅਦਬੀਆਂ ਹੁੰਦੀਆਂ ਆਮ ਪਹਿਲਾਂ ਪਿੰਡਾਂ 'ਚ ਹੋਈਆਂ, ਇਹ ਪਿੰਡਾਂ 'ਚ ਹੁੰਦੀਆਂ ਹੋਈਆਂ ਇਹ ਅੱਜ ਸਾਡੇ ਜਿੱਥੇ ਤੇ ਸਾਡੀ ਸਿੱਖੀ ਦਾ ਸਿਧਾਂਤ ਸ਼ੁਰੂ ਹੈ, ਜਿੱਥੇ ਸਿੱਖੀ ਪ੍ਰਗਟ ਹੋਈ, ਇਹ ਉੱਥੇ ਆ ਕੇ ਵਾਪਰੀ ਘਟਨਾ। ਇਹ ਸਾਡੇ ਜਿਹੜੇ ਹਿਰਦੇ ਬਲੁੰਦਰੇ ਗਏ। ਫਿਰ ਜੋ ਸਾਤੇ ਹੋ ਸਕਦਾ ਸੀ ਮੈਂ ਲਾਈਵ ਹੋ ਕੇ ਵੀਡੀਓ ਪਾਈ ਸਾਧ ਸੰਗਤ ਨੂੰ ਵੀ ਜਥੇਬੰਦੀਆਂ ਨੂੰ ਵੀ ਇੱਥੇ ਆ ਕੇ ਸਾਰੀਆਂ ਵੀ ਆ ਕੇ ਦੇਖਣ, ਕਿਉਂਕਿ ਇਹ ਮਾਮਲਾ ਕੋਈ ਛੋਟਾ ਨਹੀਂ ਤਾਂ ਇਹ ਸਾਡੇ 5 ਤਖਤਾਂ 'ਚੋਂ ਇੱਕ ਤਖਤ ਹੈ ਤੇ ਖਾਲਸੇ ਦਾ ਪ੍ਰਗਟ ਸਥਾਨ ਹੈ। ਮੈਂ ਇਹੀ ਬੇਨਤੀ ਕੀਤੀ ਸਾਰਿਆਂ ਨੂੰ ਵੀ ਜਿਹੜੇ ਇਸ ਧਰਤੀ ਨੂੰ ਅਨੰਦਪੁਰ ਨੂੰ ਪਿਆਰ ਕਰਦੇ, ਜਿਹੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ, ਜਿਹੜੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਹਨ ਵੀ ਅਸੀਂ ਤਖਤ ਸ੍ਰੀ ਕੇਸਗੜ੍ਹ ਨੂੰ ਸਮਰਪਿਤ ਹੈ, ਅੱਜ ਉਹ ਸਿੰਘ ਕਿੱਥੇ ਗਏ। ਫਿਰ ਮੈਂ ਲਾਈਵ ਹੋ ਕੇ ਵੀਡੀਓ ਪਾਈ। ਹੌਲੀ ਜਿਹੜੇ ਸਾਡੇ ਇਲਾਕੇ ਦੇ ਪਰ ਜਿੰਨੀ ਸਾਨੂੰ ਆਸ ਤੀ ਉਨੀ ਤਾਂ ਨਹੀਂ ਬੰਦੇ ਆਏ, ਪਰ ਫਿਰ ਵੀ ਚਲੋ ਜਿਹੜੇ ਮਤਲਬ ਆ ਸਕੇ, ਜਿਨ੍ਹਾਂ ਦੇ ਸਤਿਗੁਰਾਂ ਜਿਨ੍ਹਾਂ 'ਤੇ ਕਿਰਪਾ ਕੀਤੀ ਆ ਕੇ ਉਹਨਾਂ ਨੇ ਇਹ ਸਾਰਾ ਕੰਮ ਜੋ ਵੀ ਇੱਥੇ ਆ ਕੇ ਰੋਸ ਆਪਣਾ ਪ੍ਰਗਟ ਕੀਤਾ। ਬਾਕੀ ਤਾਂ ਫਿਰ ਜਦ ਇਹ ਗੱਲ ਪੰਜਾਬ ਲੈਵਲ 'ਤੇ ਗਈ ਫਿਰ ਤਾਂ ਜਥੇਬੰਦੀਆਂ ਆਪ ਸਾਰੇ ਆਪਣੇ ਆਪ ਉਰੇ ਪੁੱਜ ਗਏ। ਫਿਰ ਜੋ ਸਾਡੇ ਅਸੀਂ ਤਾਂ ਇਹੀ ਗੱਲ ਕਹੂੰਗੇ ਕਿ ਜਿਹੜਾ ਇਹ ਬੜੀ ਸਾਜ਼ ਅਧੀਨ ਕੰਮ ਕੀਤਾ ਗਿਆ, ਕਿਉਂਕਿ ਜਿਹੜਾ ਬੰਦਾ ਤਾਂ ਜਿਹੜਾ 1 ਘੰਟੇ ਆਰਾਮ ਨਾਲ ਬੈਠ ਸਕਦਾ ਉਹਨੂੰ ਅਸੀਂ ਪਾਗਲ ਨਹੀਂ ਗਿਣ ਸਕਦੇ, ਨਾ ਹੀ ਕਿਸੇ ਨੂੰ ਉਹਨੂੰ ਇਹ ਕਹਿ ਸਕਦੇ ਕੋਈ ਇਹਨੂੰ ਬਿਮਾਰੀ ਹੈ। ਕਿਉਂਕਿ ਜਿਹੜਾ 1 ਘੰਟਾ ਬੜੇ ਆਰਾਮ ਨਾਲ ਬੈਠਿਆ, ਉਹ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਆਇਆ ਉਦੋਂ ਹੀ ਕਿਉਂ ਉੱਠਿਆ ਉਹ ਬੜੀ ਸਾਜ਼ ਅਧੀਨ ਹੈ। ਸਾਨੂੰ ਇਹ ਵੀ ਇੱਕ ਇਹ ਵੀ ਕਹਿ ਸਕਦੇ ਆਪਾਂ ਵੀ ਅੱਜ ਕਿਸਾਨੀ ਮੋਰਚਾ ਜਿਹੜੇ ਸਾਡੇ ਸਿੱਖ ਹੈ ਸਾਰੇ ਉਹ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹੈ। ਹੋ ਸਕਦਾ ਵੀ ਇਹ ਸਾਜ਼ ਅਧੀਨ ਜਿਹੜਾ ਉਸ ਧਰਨੇ ਨੂੰ ਵੀ ਇੱਕ ਹਾਨੀ ਪਹੁੰਚਾਉਣ ਦੀ ਖਾਤਰ ਹਿੰਦੂ ਸਿੱਖ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਲੜਾਈ ਪਾਉਣ ਦੀ ਖਾਤਰ ਵੀ ਇਹ ਬੜੀ ਸੋਚੀ ਸਾਜ਼ ਅਧੀਨ ਇਹ ਮਾਮਲਾ ਜਿਹੜਾ ਇੱਥੇ ਜਿਹੜਾ ਇੱਥੇ ਉਹਨੇ ਇਹ ਘਟਨਾ ਵਾਪਰੀ ਹੈ। ਕਿਉਂਕਿ ਇਹ ਧਰਤੀ ਬੜੀ ਪਵਿੱਤਰ ਧਰਤੀ ਹੈ। ਜਿਹੜਾ ਅੰਦਰ ਦਾ ਤਖਤ ਸਾਹਿਬ ਹੈ ਉਹ ਜਿਹੜੀ ਉਹਦੇ ਹਜ਼ੂਰੀ ਅੰਦਰ ਇਹ ਤਖਤ ਸਾਹਿਬ ਦੇ ਅੰਦਰ ਹਜ਼ੂਰੀ ਅੰਦਰ ਜਿਹੜੀ ਇਹ ਘਟਨਾ ਵਾਪਰੀ, ਇਹ ਸਾਰਿਆਂ ਨੂੰ ਹੀ ਮੈਂ ਕਹੂੰਗਾ ਜਿੰਨੇ ਵੀ ਪੰਜਾਬ ਭਰ ਤੋਂ ਨੇ, ਜਿੱਥੇ ਵੀ ਨਾਨਕ ਲੇਵਾ ਸੰਗਤ ਚਾਹੇ ਵਿਦੇਸ਼ਾਂ ਦੇ ਵਿੱਚ ਵੀ ਹੈ ਬੈਠੀ ਹੈ, ਉਹਨਾਂ ਨੂੰ ਇਹਦਾ ਇੱਥੇ ਆ ਕੇ ਖਾਸ ਕਰਕੇ ਅਨੰਦਪੁਰ ਸਾਹਿਬ ਵਿਖੇ ਆ ਕੇ ਨਿਖੇਧੀ ਕਰਨੀ ਚਾਹੀਦੀ ਹੈ ਤੇ ਰੋਸ ਵੀ ਪ੍ਰਗਟ ਕਰਨਾ ਚਾਹੀਦਾ। ਬਿਲਕੁਲ ਜੀ। ਅਮਨਦੀਪ ਸਿੰਘ ਅਬਿਆਣਾ ਸਾਹਿਬ ਕਿਵੇਂ ਵੇਖਦੇ ਹੋ ਜਿਹੜੇ ਤਖਤਾਂ ਤੋਂ ਨਿੱਤ ਬੇਨਤੀਆਂ ਹੁੰਦੀਆਂ ਵੀ
ਭਾਈ ਪਿੰਡਾਂ ਦੇ ਵਿੱਚ ਪਹਿਰੇ ਲਾਓ ਜਾਂ ਆਪਣੇ ਗੁਰੂ ਘਰਾਂ ਦੇ ਵਿੱਚ ਕੈਮਰੇ ਲਗਾਓ ਜਾਂ ਉੱਥੇ ਸਿੰਘ ਜਿਹੜੇ ਹਾਜ਼ਰ ਕਰੋ। ਬੇਅਦਬੀਆਂ ਬਹੁਤ ਜ਼ਿਆਦਾ ਹੋ ਰਹੀਆਂ, ਜਿਸ ਤਖਤ ਤੋਂ ਇਹ ਬੇਨਤੀਆਂ ਹੋ ਰਹੀਆਂ ਕਰਦੇ ਨੇ ਸਿੰਘ, ਤੇ ਉਸੇ ਤਖਤ ਸਾਹਿਬ ਦੇ ਉੱਤੇ ਅੱਜ ਇਹ ਮਾੜੀ ਘਟਨਾ ਵਾਪਰ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ। ਮੇਰੀ ਬੋਲਣ ਦੀ ਉਨੀ ਪੋਜੀਸ਼ਨ ਚੰਗੀ ਨਹੀਂ, ਮੇਰਾ ਮਨ ਬਹੁਤ ਭਰਿਆ ਹੋਇਆ। ਮੈਂ ਹੁਣ ਜਦੋਂ ਦਾ ਆ ਕੇ ਦੇਖਿਆ, ਇਹ ਦੇਖੋ ਤੁਸੀਂ ਇਹ ਸੋਚੋ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਨੂੰ ਗਏ ਤੇ ਜਿਹੜੇ ਵਜ਼ੀਰ ਖਾਨ ਨੇ 2 ਬੰਦੇ ਭੇਜੇ ਸੀ ਮੁਸਲਮਾਨ, ਉਹਨਾਂ ਨੇ ਗੁਰੂ ਸਾਹਿਬ ਦੀ ਬੱਖੀ 'ਚ ਛੁਰਾ ਮਾਰਿਆ ਤੇ ਗੁਰੂ ਸਾਹਿਬ ਨੇ ਜਿਹੜੇ ਨੇ ਛੁਰਾ ਮਾਰਿਆ ਸੀਗਾ, ਜਿਹੜਾ ਅੰਦਰ ਛੁਰਾ ਮਾਰਨ ਆਇਆ ਸੀ, ਉਹਨੂੰ ਨਾਲ ਦੀ ਨਾਲੇ ਝਟਕਾਤਾ। ਹੁਣ ਆਪਾਂ ਸੋਚੀਏ ਵੀ ਆਹ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਸ਼ਾਸਤਰਾਂ ਦੀ ਪੂਜਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਸੱਚਖੰਡ ਦੇ ਅੰਦਰ ਇੱਕ ਬੰਦਾ ਆਉਂਦਾ ਹੈ, ਆ ਕੇ ਸਿਗਰਟ ਵੀ ਪੀਂਦਾ ਹੈ, ਧੂੰਆਂ ਵੀ ਕੱਢਦਾ ਹੈ ਤੇ ਸਿਗਰਟ ਵੀ ਸਿੱਟਦਾ ਹੈ। ਉਹ ਅਸੀਂ ਕਿੱਦਾਂ ਦੇਖ ਲਿਆ ਉਹਨੂੰ ਸਿਗਰਟ ਸਿੱਟਦੇ ਨੂੰ? ਆਪਾਂ ਕਿਉਂ ਨਹੀਂ ਉਹਦੇ ਹੱਥ ਵੱਢੇ, ਕਿਉਂ ਨਹੀਂ ਉਹਦੀ ਗਰਦਨ ਵੱਢੀ? ਇਹ ਵੱਢਣੀ ਚਾਹੀਦੀ ਸੀ। ਜਿੰਨਾ ਚਿਰ ਇਦਾਂ ਦੇ ਸਾਡੇ ਜਿਹੜੇ ਹੈ, ਦੇਖੋ ਰੋਜ਼ ਕੋਈ ਨਾ ਕੋਈ ਕਿਸੇ ਗੁਰਦੁਆਰੇ 'ਚ, ਕਦੇ ਕਿਸੇ ਪਿੰਡ ਦੇ ਗੁਰਦੁਆਰੇ 'ਚ, ਕਦੇ ਕਿਸੇ ਹੋਰ ਗੁਰਦੁਆਰੇ 'ਚ ਰੋਜ਼ ਕੋਈ ਨਾ ਕੋਈ ਬੇਅਦਬੀ ਹੋ ਰਹੀ ਹੈ। ਸਿੰਘ ਸਾਹਿਬ ਕਹਿੰਦੇ ਫਿਰ ਅਸੀਂ ਕਤਲ ਗਲ ਪਵਾ ਲਈਏ। ਉਹ ਕਹਿੰਦੇ ਜਦੋਂ ਕਾਨੂੰਨ ਹੈਗਾ ਵੀ ਕਾਨੂੰਨ ਦੇ ਵਿੱਚ ਇਹ ਸਾਰੇ ਕਾਨੂੰਨ ਨੇ ਕਰਨਾ ਕੀ ਹੈ? ਹੁਣ ਤੁਸੀਂ ਦੱਸੋ ਕਾਨੂੰਨ ਕੀ ਕਰੂਗਾ? ਕਾਨੂੰਨ ਨੇ ਕੁਝ ਨਹੀਂ ਕਰਨਾ। ਪਹਿਲਾਂ ਵੀ ਇਦਾਂ ਦੇ ਕਾਤਲ ਬਹੁਤ ਤੁਰੇ ਫਿਰਦੇ ਆ। ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਜਦੋਂ ਇੱਕ ਇੱਥੋਂ ਦਾ ਸਾਡੇ ਇਲਾਕੇ ਦਾ ਇੱਕ ਜਿਹੜਾ ਭਨਿਆਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੀ, ਉਹਨਾਂ ਨੂੰ ਕੀ ਸਜ਼ਾ ਮਿਲੀ? ਦੱਸੋ ਤਾਂ ਸਹੀ। ਕੋਈ ਇਦਾਂ ਦਾ ਹੈਗਾ ਹੈ ਜਿਹਨੂੰ ਫਾਂਸੀ ਲੱਗੀ ਹੋਵੇ? ਇਹ ਕਦੇ ਦੇਖਿਆ ਤੁਸੀਂ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੀ? ਇੱਕ ਵੀ ਬੰਦਾ ਦੱਸ ਦਿਓ ਜਿਹਨੂੰ ਕੋਈ ਸਖਤ ਸਜ਼ਾ ਮਿਲੀ ਹੋਵੇ। ਇਹੀ ਕਾਰਨ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਰੰਤਰ ਹੋ ਰਹੀ ਹੈ। ਹਰ ਇੱਕ ਪਿੰਡ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ, ਬਹੁਤ 80% ਪਿੰਡ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਬੇਅਦਬੀ ਕਰਨ ਵਾਲਾ ਆਉਂਦਾ ਹੈ। ਔਰ ਦੂਜੀ ਗੱਲ ਇਹ ਹੈ, ਜੇ ਤਾਂ ਆਪਾਂ ਮੰਨ ਲਈਏ ਵੀ ਸਾਨੂੰ ਇਹ ਬੰਦੇ ਨੇ ਬੇਅਦਬੀ ਕੀਤੀ ਆ, ਸਾਨੂੰ ਇੰਨਾ ਪਤਾ ਨਹੀਂ, ਅਸੀਂ ਦੇਖਿਆ ਨਹੀਂ, ਜਦ ਅਸੀਂ ਅੱਖਾਂ ਨਾਲ ਦੇਖ ਲਿਆ ਤੇ ਫਿਰ ਕਿਵੇਂ ਬੇਅਦਬੀ ਹੁੰਦੀ ਰਹਿ ਗਈ? ਦੇਖ ਲਈ ਆਪਾਂ, ਐਡਾ ਵੱਡਾ ਅਡੰਬਰ ਰਚਿਆ ਹੁੰਦਾ ਸ਼੍ਰੋਮਣੀ ਕਮੇਟੀ ਨੇ, ਬਰਛਿਆਂ ਵਾਲੇ ਸਿੰਘ ਹਰ ਇੱਕ ਥਾਂ ਤੇ ਖੜਾ। ਸ੍ਰੀ ਸਾਹਿਬ ਬਹੁਤਿਆਂ ਦੇ ਹੱਥ 'ਚ ਸ੍ਰੀ ਸਾਹਿਬ ਹੈ, ਬਹੁਤਿਆਂ ਦੇ ਹੱਥ 'ਚ ਬਰਛੇ ਹੈ। ਜਿਹੜੇ ਸੰਤਰੀ ਸਿੰਘ ਚੋਲਾ ਪਾ ਕੇ ਖੜੇ ਹੈ ਬਰਛਾ ਲੈ ਕੇ, ਉਹਨਾਂ ਨੂੰ ਦਿਖਿਆ ਨਹੀਂ? ਉਹਨਾਂ ਨੂੰ ਦਿਖਦਾ ਨਹੀਂ? ਅੰਦਰ ਮੋਨੇ ਸਿਰ ਗਿਆ, ਉਹ ਮੋਨਾ ਬੰਦਾ ਸੀਗਾ, ਔਰ ਅੰਦਰ ਬੀੜੀ ਪੀਂਦਾ। ਉੱਥੇ ਇੰਨੇ ਸਿੰਘ ਅੰਦਰ ਬੈਠੇ ਹੁੰਦੇ। ਸ਼੍ਰੋਮਣੀ ਕਮੇਟੀ ਵਾਲੇ ਜਿਹੜੀ ਉਹਨਾਂ ਦੀ ਟਾਸਕ ਫੋਰਸ ਹੈ, ਜਿਹੜੇ ਉਹਨਾਂ ਦੇ ਸੇਵਾਦਾਰ ਹੈ, ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ। ਇਹ ਕੀ ਕਾਰਨ ਹੈ? ਇਹ ਕਾਰਨ ਇਹ ਹੈ ਵੀ ਸਾਡੀ ਮਾਨਸਿਕਤਾ ਦਿਨੋਂ ਦਿਨ ਘਟਦੀ ਜਾ ਰਹੀ ਹੈ, ਔਰ ਸਾਡੇ ਤੇ ਹੀ ਹਮਲੇ ਹੋ ਰਹੇ ਆ, ਸਾਡੇ ਹੀ ਗੁਰੂ ਦੀ ਬੇਅਦਬੀ ਹੋ ਰਹੀ ਹੈ। ਕਦੇ ਸੁਣਿਆ ਤੁਸੀਂ ਵੀ ਕੁਰਾਨ ਦੀ ਬੇਅਦਬੀ ਹੋਈ? ਕਦੇ ਸੁਣਿਆ ਤੁਸੀਂ ਕਿਸੇ ਗੀਤਾ ਦੀ ਬੇਅਦਬੀ ਹੋਈ, ਰਮਾਇਣ ਦੀ ਬੇਅਦਬੀ ਹੋਈ? ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੁੰਦੀ ਹੈ? ਇੱਕ ਵਾਰ ਮੁਸਲਮਾਨਾਂ ਦਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਬਹੁਤ ਬੜੀ ਮਸਜਿਦ ਹੈ, ਉਹਦੇ ਵਿੱਚ ਮੁਸਲਮਾਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੀ ਮੁੱਛ ਦਾ ਬਾਲ ਪਿਆ, ਉਹਦੇ 'ਚ ਬਾਲ ਦੀ ਪੂਜਾ ਕਰਦੇ। ਇੱਕ ਵਾਰ ਤੁਹਾਨੂੰ ਸ਼ਾਇਦ ਯਾਦ ਹੋਊਗਾ ਬਹੁਤੇ ਬੰਦਿਆਂ ਨੂੰ ਵੀ, ਉਹ ਬਾਲ ਚੋਰੀ ਹੋ ਗਿਆ ਸੀ ਔਰ ਉਹਨਾਂ ਨੇ ਤੂਫਾਨ ਮਚਾਤਾ ਸੀ, ਤੂਫਾਨ ਲਿਆਤਾ ਸੀ ਮੁਸਲਮਾਨਾਂ ਨੇ, ਔਰ ਅਖੀਰ ਨੂੰ ਸਰਕਾਰ ਨੂੰ ਉਹ ਬਾਲ ਬਰਾਮਦ ਕਰਕੇ ਉੱਥੇ ਦੁਬਾਰਾ ਰੱਖਣਾ ਪਿਆ। ਤੇ ਆਪਾਂ ਕਿੱਦਾਂ ਦੇ ਹੋ ਗਏ? ਆਪਾਂ ਦਿਨ ਪਰ ਦਿਨ ਅਸੀਂ ਸਾਡਾ ਕਿੱਧਰ ਨੂੰ ਜਾ ਰਹੇ ਅਸੀਂ ਸਿੱਖ? ਕੀ ਕਰੀਏ ਹੁਣ? ਦੱਸੋ ਤਾਂ ਸਹੀ। ਆਪਾਂ ਸਾਡੇ ਕੁਝ ਵੀ ਨਹੀਂ। ਮੈਨੂੰ ਤਾਂ ਲੱਗਦਾ ਵੀ ਜਿਹੜੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਾਬੇ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਆ ਹੁਣ ਵਿਪਰਨ ਦੀਆਂ ਰੀਤਾਂ ਇਹਦੇ ਨਾਲ ਤੋਂ ਬੜੀਆਂ ਹੋਰ ਕਿੱਦਾਂ ਹੋਣੀਆਂ? ਜਦੋਂ ਹੁਣ ਅਸੀਂ ਵੀ ਦੇਖਿਆ ਉਹਨਾਂ ਦੇ ਨਾਲ ਗੱਲਬਾਤ ਵੀ ਜਿਵੇਂ ਹੁੰਦੀ ਆ, ਆਫ ਰਿਕਾਰਡ ਗੱਲਬਾਤ ਹੁੰਦੀ ਆ। ਹਲੇ ਉਹ ਕਹਿੰਦੇ ਅਸੀਂ ਮੀਟਿੰਗ ਕਰ ਰਹੇ ਹਾਂ ਵੀ ਉਸ ਤੋਂ ਬਾਅਦ ਬਿਆਨ ਦੇਵਾਂਗੇ, ਪਰ ਉਹ ਕਹਿੰਦੇ ਵੀ ਇਹ ਸਿਰਫ ਉਹ ਲੋਕ ਇੱਥੇ ਪਹੁੰਚੇ ਹੋਏ ਨੇ ਵੀ ਜਿਹੜੇ ਕਿਤੇ ਨਾ ਕਿਤੇ ਜਾਂ ਪਹਿਲਾਂ ਅਕਾਲੀ ਦਲ ਦਾ ਹਿੱਸਾ ਰਹੇ ਜਾਂ ਫਿਰ ਜਿਹੜੇ ਪਰਸਨਲੀ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਕੁਝ ਆਗੂਆਂ ਦੇ ਨਾਲ ਰੰਜਿਸ਼। ਹੋਰ ਕੋਈ ਕਹਿੰਦੇ ਕੋਈ ਨਹੀਂ ਇੱਥੇ ਹੈਗਾ। ਨਹੀਂ, ਇਹ ਗੱਲਾਂ ਜਿਹੜੀਆਂ ਹੈ ਵੀ ਉਹ ਲੋਕ ਪਹੁੰਚੇ ਹੋਏ, ਇਹ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਏ ਉਹਨਾਂ ਨੇ ਪਹੁੰਚਣਾ ਹੈ। ਜਿਹੜੇ ਪਹਿਲਾਂ ਹੀ ਸਰਪ੍ਰਸਤੀ 'ਚ ਬੈਠੇ ਆ, 20 ਗਨਮੈਨ ਲਈ ਫਿਰਦੇ, ਉਹਨਾਂ ਨੇ ਕਿੱਦਾਂ ਆ ਕੇ ਤੁਹਾਡੇ ਵਿੱਚ ਬੈਠਣਾ? ਔਰ ਇਹ ਕਿਤੇ ਕੋਈ ਇਹਨਾਂ ਦੀ ਪਰਸਨਲ ਗੱਲ ਹੈ? ਜਿਹੜੇ ਬੰਦੇ ਬੈਠੇ ਆ, ਜਿਹੜੇ ਇੱਥੇ ਬੈਠੇ ਆ, ਇਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਹੈ? ਇਹਨਾਂ ਦੀ ਪਰਸਨਲ ਕਿਸੇ ਦੇ ਨਾਲ ਕੋਈ ਰੰਜਿਸ਼ ਹੈ? ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਤੁਸੀਂ ਹੁਣ ਵੀ ਕਹਿੰਦੇ ਹੋ ਰਾਜਨੀਤਿਕ ਬੰਦੇ ਬੈਠੇ ਆ, ਇਹ ਸਾਡੇ ਵਿਰੋਧੀ ਬੈਠੇ ਆ। ਤਖ਼ਤ ਸਾਹਿਬ ਤੇ ਸਿਰਫ ਉਹੀ ਆ ਸਕਦੇ ਜਿਨ੍ਹਾਂ ਦੇ ਅੱਗੇ ਪਿੱਛੇ ਜਿਪਸੀਆਂ ਲੱਗੀਆਂ ਹੋਈਆਂ, ਜਿਹੜੇ ਸਰਕਾਰ ਦੇ ਬੰਦੇ ਆ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਆ ਕੇ ਬੇਅਦਬੀ ਹੋ ਗਈ, ਤੇ ਹੋਰ ਦੱਸੋ ਸੁਰੱਖਿਅਤ ਕਿੱਥੇ ਹੈ? ਇਹ ਉਹ ਜਗ੍ਹਾ ਹੈ ਜਿੱਥੇ ਖਾਲਸਾ ਪੰਥ ਪ੍ਰਗਟ ਹੋਇਆ, ਗੁਰੂ ਸਾਹਿਬ ਨੇ ਖਾਲਸਾ ਪੰਥ ਪ੍ਰਗਟ ਕੀਤਾ। ਅਗਰ ਉੱਥੇ ਜਾ ਕੇ ਬੇਅਦਬੀ ਹੋ ਗਈ ਤੇ ਹੁਣ ਫਿਰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕਹਿਣ ਵਾਲਿਆਂ ਨੂੰ ਵੀ ਇਹ ਫਲਾਣੇ ਬੰਦੇ ਆ, ਧਮਕੇ ਬੰਦੇ ਆ?
ਜਿਹੜੇ ਦੁਨਿਆਵੀ ਲੋਕ ਹੈ ਉਹ 50-50 ਗਨਮੈਨ ਲਈ ਫਿਰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਹੈ ਔਰ ਸਾਡਾ ਸਭ ਤੋਂ ਬੜਾ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਉੱਥੇ ਬੇਅਦਬੀ ਹੁੰਦੀ ਹੈ। ਸ਼ਰਮ ਨਹੀਂ ਆਉਂਦੀ ਸਾਨੂੰ ਕਹਿੰਦੇ ਨੂੰ ਇੱਦਾਂ ਵੀ ਇਹ ਫਲਾਣੇ ਬੰਦੇ ਆ, ਧਮਕੇ ਬੰਦੇ ਆ। ਇਹ ਸਾਰੇ ਉਹ ਲੋਕ ਹੈ ਜਿਹੜੇ ਬੈਠੇ ਆ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਹੈ, ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਏ ਆ, ਜਿਨ੍ਹਾਂ ਨੂੰ ਰੋਣਾ ਆ ਰਿਹਾ। ਸਾਤੋਂ ਗੱਲ ਨਹੀਂ ਹੋ ਰਹੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਆ ਕੇ ਹੋ ਜਾਵੇ, ਬੀੜੀ ਸਿੱਟ ਪੀ ਕੇ ਬੰਦਾ ਸਿੱਟ ਜਾਵੇ, ਇਹਦੇ ਸ਼ਰਮ ਆਉਣੀ ਚਾਹੀਦੀ ਸਾਨੂੰ ਸਿੱਖਾਂ ਨੂੰ। ਸਾਡਾ ਤਾਂ ਜਿਹੜੇ ਲੋਕ ਬੈਠੇ ਆ, ਬਹੁਤੇ ਲੋਕ ਉਹ ਬੈਠੇ ਆ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ। ਇਹ ਕਹਿਣ ਵਾਲੇ ਜੋ ਮਰਜ਼ੀ ਕਹੀ ਜਾਣ। ਇਹ ਬੰਦਾ ਕੋਈ ਸਾਜ਼ਿਸ਼ ਦੇ ਤਹਿਤ ਭੇਜਿਆ ਜਾਏ ਹੋ ਸਕਦਾ ਜਾਂ ਕਿਵੇਂ? ਕਿਉਂਕਿ ਬਾਅਦ ਚ ਕਹਿ ਦਿੱਤਾ ਜਾਂਦਾ ਵੀ ਉਹ ਤਾਂ ਦਿਮਾਗੀ ਹਾਲਤ ਠੀਕ ਨਹੀਂ ਸੀ, ਡਿਪਰੈਸ਼ਨ ਦਾ ਸ਼ਿਕਾਰ। ਇਹ ਤਾਂ ਫਿਰ ਅਖੀਰ 'ਚ ਕਹਿਣਾ ਹੀ ਹੁੰਦਾ ਸਰਕਾਰ ਨੇ ਬਚਾਉਣ ਵਾਸਤੇ ਵੀ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਹ ਤਾਂ ਸਿੱਧੀ ਜੀ ਗੱਲ। ਦੇਖੋ ਉਹ ਬੰਦਾ ਕਹਿੰਦਾ ਵੀ ਮੈਂ ਤੜਕੇ ਆ ਗਿਆ ਸੀ, 3 ਵਜੇ ਦਾ ਬੈਠਾ ਇੱਥੇ, ਤੇ 12 ਵਜੇ ਦਾ ਬੈਠਾ ਇੱਥੇ, 3 ਵਜੇ ਤਾਂ ਦਰਬਾਰ ਸਾਹਿਬ ਦੇ ਵਿੱਚ ਆ ਗਿਆ। ਉਹ 12 ਵਜੇ ਬੈਠ ਕੇ ਗੱਡੀ ਦੇ ਵਿੱਚ ਇੱਥੇ ਖੜ੍ਹ ਕੇ ਕਿਤੇ ਗੱਡੀ ਖੜੀ ਕਰਕੇ ਸਿਗਰਟਾਂ ਪੀਂਦਾ ਰਿਹਾ, ਤੇ ਮੁੜ ਕੇ ਫਿਰ ਉਹ ਦਰਬਾਰ ਸਾਹਿਬ ਨੂੰ ਗਿਆ। ਉੱਥੇ ਸਿੰਘ ਜਿਹੜਾ ਜਦ ਆਪਾਂ ਚਰਨ ਧੋ ਕੇ ਅੰਦਰ ਜਾਂਦੇ ਆ ਜੀ, ਤੇ ਮੂਹਰੇ ਇੱਕ ਸਿੰਘ ਖੜਾ ਹੁੰਦਾ ਵਰਸ਼ੇ ਵਾਲਾ, ਉਹਨੂੰ ਦੇਖਿਆ ਨਹੀਂ ਵੀ ਬੰਦਾ ਮੁੰਨਾ ਜਾ ਰਿਹਾ, ਤੇ ਸਿਗਰਟ ਉਹਨੇ ਬਾਲੀ ਹੋਣੀ ਨਾ, ਬਾਹਰ ਤੋਂ ਤਾਂ ਲੈ ਕੇ ਨਹੀਂ ਗਿਆ। ਜੇ ਬਾਹਰ ਤੋਂ ਵੀ ਲੈ ਕੇ ਗਿਆ ਤਾਂ ਸਿੰਘ ਨੂੰ ਦਿਖਣਾ ਚਾਹੀਦਾ ਸੀ। ਜੇ ਉਹਨੇ ਅੰਦਰ ਜਾ ਕੇ ਬਾਲੀ ਹੈ ਤਾਂ ਫਿਰ ਵੀ ਦਿਖਣਾ ਚਾਹੀਦਾ ਸੀ ਬੈਠਿਆਂ ਨੂੰ ਉੱਥੇ। ਕਿਉਂ ਨਹੀਂ ਦਿਖਿਆ? ਤੇ ਆਪਣਾ ਜਿਹੜਾ ਤੁਹਾਡੀ ਜਿਹੜੀ ਨਲਾਇਕੀ ਹੈ, ਸਿਗਰਟ ਦਾ ਤਾਂ ਵੈਸੇ ਹੀ ਮੁਸ਼ਕ ਆ ਜਾਂਦਾ ਜੀ। ਜਿਹੜੀ ਤੁਹਾਡੀ ਨਲਾਇਕੀ ਹੈ, ਇਹ ਭਾਵੇਂ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਆ ਜਾਂ ਇਹਨਾਂ ਦੀ ਟਾਸਕ ਫੋਰਸ ਦੀ, ਜਿਹਦੀ ਵੀ ਹੈ, ਜੇ ਤੁਹਾਡੀ ਆਪਣੀ ਨਲਾਇਕੀ ਨੂੰ ਛੁਪਾਉਣ ਵਾਸਤੇ ਤੁਸੀਂ ਕਹਿੰਦੇ ਹੋ ਵੀ ਇਹ ਬੰਦੇ ਬਾਹਰ ਲਿਆ ਕੇ ਬੈਠ ਗਏ, ਇਹ ਬੰਦੇ ਫਲਾਣੇ ਬੈਠੇ ਆ, ਫਲਾਨੀ ਪਾਰਟੀ ਦੇ, ਧਮਕੀ ਪਾਰਟੀ ਦੇ, ਸਾਡਾ ਕਿਸੇ ਨਾਲ ਕਾਹਦਾ ਬੈਰ ਹੈ ਜੀ? ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਅਸੀਂ ਉੱਥੇ ਜਾਣਾ ਹੈ, ਭਾਵੇਂ ਜਿੱਥੇ ਵੀ ਹੋਵੇ। ਸਾਡੀ ਤਾਂ ਜ਼ਮੀਰ ਜਾਗਦੀ ਹੈ ਨਾ, ਸਾਡੀ ਜ਼ਮੀਰ ਨਹੀਂ ਮਰੀ, ਇਹਨਾਂ ਦੀ ਮਰੀ ਹੋਈ ਜ਼ਮੀਰ ਆ ਜਿਹੜੇ ਇਹ ਗੱਲਾਂ ਕਰਦੇ ਆ। ਇਹ ਖਾਲਸੇ ਨੂੰ ਇੱਥੇ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਜਿੰਨਾ ਚਿਰ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਦੀ, ਉਨਾ ਚਿਰ ਸਾਨੂੰ ਇੱਥੋਂ ਜਾਣਾ ਨਹੀਂ ਚਾਹੀਦਾ। ਅਸੀਂ ਬੈਠਾਂਗੇ ਜਿੰਨਾ ਟਾਈਮ ਨਹੀਂ ਇਨਸਾਫ ਮਿਲਦਾ, ਉਨਾ ਚਿਰ ਇੱਥੇ ਬੈਠਾਂਗੇ। ਜਬਰਜੰਗ ਸਿੰਘ ਜੀ, ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਨੇ, ਸੋ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਲਗਾਤਾਰ ਨਿਹੰਗ ਜਥੇਬੰਦੀਆਂ ਦੀ ਮੰਗ ਹੈ ਬਈ ਹੁਣ UAPA ਲਾਉਣਾ ਚਾਹੀਦਾ, ਪਰ ਵਿੱਚ ਪਹਿਲਾਂ ਗੱਲ ਇਹ ਆਉਂਦੀ ਹੈ ਵੀ ਖਾਲਸਾਈ ਰਵਾਇਤਾਂ ਦੇ ਅਨੁਸਾਰ ਸੋਧਾ ਲਾ ਦੇਣਾ ਚਾਹੀਦਾ ਸੀਗਾ। ਨਹੀਂ, ਜੇ ਤਾਂ ਆਪਾਂ ਦੇਖਿਆ ਜਾਵੇ ਖਾਲਸਾਈ ਤੌਰ ਤੇ ਤਾਂ ਤੁਹਾਡੀ ਬਿਲਕੁਲ ਜਾਇਜ਼ ਜਿਹੜੀ ਗੱਲ ਆ ਕਿ ਉਹਨੂੰ ਖਾਲਸਾਈ ਤੌਰ ਤੇ ਹੀ ਸੋਧਾ ਲੱਗਣਾ ਚਾਹੀਦਾ। ਜੇ ਤੁਸੀਂ ਕਹਿੰਦੇ ਹੋ ਕਿ ਇਹ ਦੇਸ਼ ਦੇ ਵਿੱਚ ਸਾਰਿਆਂ ਲਈ ਬਰਾਬਰਤਾ ਦਾ ਅਸੀਂ ਅਧਿਕਾਰ ਦੀ ਜਿਹੜੀ ਗੱਲ ਕਰ ਰਹੇ ਹਾਂ, ਸਭ ਕਾ ਵਿਕਾਸ, ਸਭ ਕਾ ਸਾਥ, ਫਿਰ ਇਹ ਬੰਦਿਆਂ ਦੇ ਉੱਤੇ ਕਾਨੂੰਨੀ ਤੌਰ ਤੇ ਵੀ ਹੱਤਿਆ ਦਾ, UAPA ਤੇ ਜੋ ਹੋਰ ਵੀ ਇਸ ਤਰ੍ਹਾਂ ਦੇ ਖਤਰਨਾਕ ਕਾਨੂੰਨ ਜਿਨ੍ਹਾਂ ਦੇ ਵਿੱਚ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਵੇ, ਉਹ ਇਹਨਾਂ ਤੇ ਲੱਗਣੇ ਚਾਹੀਦੇ ਆ। ਦੂਸਰੀ ਗੱਲ ਬਾਈ ਜੀ, ਇੱਕ ਤੁਸੀਂ ਵੀਰ ਜੀ ਨੂੰ ਸਵਾਲ ਪੁੱਛ ਰਹੇ ਸੀ ਕਿ ਸਿੰਘ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਇਹ ਲੋਕ ਨੇ ਇਹ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੇ, ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ, ਪ੍ਰਧਾਨ ਨੇ ਜਾਂ ਜਥੇਦਾਰ ਨੇ, ਉਹਨਾਂ ਦੇ ਵਿਰੋਧੀ ਨੇ, ਨਿੱਜੀ ਰੰਜਿਸ਼ਾਂ ਨੇ। ਇਹ ਤੁਹਾਡੀ ਗੱਲ ਬਿਲਕੁਲ ਸੱਚ ਆ, ਸਾਡੀ ਨਿੱਜੀ ਰੰਜਿਸ਼ ਆ। ਕਿਉਂ? ਕਿਉਂਕਿ ਇਹ ਬੇਅਦਬੀਆਂ ਕਰਾਉਣ ਵਾਲਿਆਂ ਦੇ ਨਾਲ ਖੜੇ ਨੇ, ਅਸੀਂ ਉਹਨਾਂ ਦੇ ਖਿਲਾਫ ਖੜੇ ਹਾਂ। ਇਹ ਗੱਲ ਬਿਲਕੁਲ ਉਹਨਾਂ ਦੀ ਜਾਇਜ਼ ਆ, ਕਿਉਂਕਿ ਉਹ ਉਹਨਾਂ ਦੇ ਨਾਲ ਖੜੇ ਨੇ, ਅਸੀਂ ਉਹਨਾਂ ਦੇ ਖਿਲਾਫ ਖੜੇ ਆ। ਇਸ ਕਰਕੇ ਕਹਿੰਦੇ ਨੇ ਕਿ ਸਾਡੀਆਂ ਪਰਸਨਲ ਦੁਸ਼ਮਣੀਆਂ ਨੇ। ਨਹੀਂ, ਮੇਰੇ ਬਾਰੇ ਉਹਨਾਂ ਨੂੰ ਪੁੱਛ ਲਓ ਜਾ ਕੇ ਕਿ ਮੈਂ ਕੌਣ ਆ, ਇਹ ਵੀਰ ਕੌਣ ਆ ਜਿਹੜੇ ਇੱਥੇ ਖੜੇ ਨੇ, ਕਿਸੇ ਬਾਰੇ ਨਹੀਂ ਉਹ ਜਾਣਦੇ। ਹਾਂ, ਇੰਨਾ ਜ਼ਰੂਰ ਜਾਣਦੇ ਨੇ ਕਿਉਂਕਿ ਖਿਲਾਫ ਨੇ, ਕਿਉਂਕਿ ਇਹ ਬੇਅਦਬੀ ਦੇ ਖਿਲਾਫ ਨੇ, ਇਹ ਬੇਅਦਬੀਆਂ ਦੇ ਹੱਕ 'ਚ ਨੇ। ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਜਿਹੜੀ 3 ਫੁੱਟੀ ਫਿਰ ਕਾਹਦੇ ਲਈ ਚੱਕੀ ਫਿਰਦੇ ਨੇ ਜਥੇਦਾਰ ਸਾਹਿਬ? ਜੇ ਉਹਨਾਂ ਨੇ ਕਤਲ ਤੋਂ ਇੰਨਾ ਡਰ ਲੱਗਦਾ ਤੇ ਅਸਤੀਫਾ ਦੇਣ, ਘਰੇ ਬੈਠਣ। ਇੰਨਾ ਰੁਪਈਆ, ਇੰਨਾ ਪੈਸਾ ਗੁਰੂ ਘਰ ਦਾ ਉਹਨਾਂ ਨੇ ਇੱਥੋਂ ਲੁੱਟ ਲਿਆ ਕਿ ਉਹਨਾਂ ਦੀਆਂ 7 ਪੁਸ਼ਤਾਂ ਬੈਠ ਕੇ ਖਾ ਸਕਦੀਆਂ ਨੇ। ਜੇ ਹੁਣ ਉਹਨਾਂ ਨੂੰ ਕਤਲਾਂ ਤੋਂ ਡਰ ਲੱਗਦਾ ਤੇ ਘਰੇ ਬੈਠਣ, ਕਿਸੇ ਯੋਧੇ ਨੂੰ ਬੈਠਣ ਦਿਓ। ਹਰੀ ਸਿੰਘ ਨਲਗੇ ਵਰਗੇ, ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਬਹੁਤ ਨੇ। ਤੁਸੀਂ ਕੁਰਸੀ ਖਾਲੀ ਕਰੋ ਫਿਰ, ਜੇ ਤੁਹਾਨੂੰ ਕਤਲਾਂ ਤੋਂ ਡਰ ਲੱਗਦਾ। ਜੇ ਇੱਥੇ ਬੈਠਣਾ ਤਾਂ ਬਾਈ ਜੀ ਕਤਲ ਵੀ ਕਰਨਾ ਪਊ ਜੇ ਕੋਈ ਸਾਡੇ ਗੁਰੂ ਤੇ ਚੜ੍ਹ ਕੇ ਆਊਗਾ। ਦੂਸਰੀ ਗੱਲ, ਜਿਹੜੇ ਵੀਰ ਘਰੋਂ ਘਰੀ ਬੈਠੇ ਨੇ ਨਾ, ਚਾਹੇ ਉਹ ਪੰਜਾਬ 'ਚ ਆ, ਹਰਿਆਣੇ 'ਚ ਆ, ਦੇਸ਼ 'ਚ ਕਿਤੇ ਵੀ ਆ ਜਾਂ ਵਿਦੇਸ਼ 'ਚ ਆ, ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਵੱਡ ਵਡੇਰਿਆਂ ਨੂੰ ਯਾਦ ਬਹੁਤ ਕਰਦੇ ਹਾਂ ਕਿ ਸਾਡੇ ਵੱਡ ਵਡੇਰੇ ਇੱਦਾਂ ਦੇ ਸੀ ਜੀ, ਸਾਡੇ ਵੱਡ ਵਡੇਰੇ ਇੱਦਾਂ ਦੇ ਸੀ ਕਿ ਸਾਡੇ 'ਚ ਉਹਨਾਂ ਦੀ DNA ਖਤਮ ਹੋ ਗਿਆ। ਸਾਡੇ ਵੱਡ ਵਡੇਰੇ ਉਹ ਸੀ ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਆਮ ਲੋਕ ਵੀ ਫੜ ਕੇ ਮਾਰ ਦਿੰਦੇ ਸੀ ਸਿੱਖਾਂ ਨੂੰ, ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਬੇਅਦਬੀ ਹੋ ਰਹੀ ਆ ਨਾ, ਮੱਚਦੀ ਅੱਗ ਦੇ ਵਿੱਚ ਬੀਕਾਨੇਰ ਤੋਂ ਚੱਲੇ ਸੀਗੇ ਉਹ ਵੀ 2 ਸਿੱਖ। ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪਹੁੰਚਾਂਗੇ ਕਿ ਨਹੀਂ। ਕਤਲ ਕਰਨਾ, ਵਾਪਸ ਮੁੜਨਾ ਤਾਂ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਆਮ ਲੋਕ ਹੀ ਦੁਸ਼ਮਣ ਹੋਏ ਵੇ ਸੀ। ਜਿਹੜਾ ਵੀ ਦੇਖ ਲੈਂਦਾ ਸੀ ਉਹੀ ਮਾਰ ਦਿੰਦਾ ਸੀ। ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ, ਪਰ ਉਹਨਾਂ ਦੇ ਅੰਦਰ ਇਹ ਜਜ਼ਬਾ ਸੀ ਕਿ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ। ਤੇ ਜੇ ਅੱਜ ਅਸੀਂ ਘਰੋਂ ਘਰੀ ਬੈਠੇ ਆ ਨਾ, ਸਾਨੂੰ ਕੋਈ ਹੱਕ ਨਹੀਂ
ਕਿ ਅਸੀਂ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਆਪਦੇ ਬਜ਼ੁਰਗ ਕਹਿ ਸਕੀਏ, ਅਸੀਂ ਹਰੀ ਸਿੰਘ ਨਲੂਏ ਦੇ ਆਪਦੇ ਆਪ ਨੂੰ ਵਾਰਸ ਕਹਾ ਸਕੀਏ, ਅਸੀਂ ਉਹਨਾਂ ਯੋਧਿਆਂ ਦਾ ਨਾਮ ਲੈ ਕੇ ਜੇ ਅਸੀਂ ਕੋਈ ਵੀ ਗੱਲ ਕਰਦੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੱਕ ਆ। ਮੈਨੂੰ ਤਾਂ ਲੱਗਦਾ ਨਹੀਂ ਕਿ ਜੇ ਮੈਂ ਘਰੇ ਬੈਠਾ ਨਾ ਅੱਜ ਤੇ ਮੈਂ ਸਿੱਖ ਕਹਾਉਣ ਦਾ ਹੱਕਦਾਰ ਨਹੀਂ। ਮੈਂ ਆਪਣੀ ਗੱਲ ਕਰਦਾ, ਜੇ ਮੈਨੂੰ ਇੰਨੀ ਗੱਲ ਦਾ ਪਤਾ ਲੱਗੇ ਕਿ ਉੱਥੇ ਬਿਗੜੀ ਸਿਗਰਟ, ਜਿੱਥੇ ਗੁਰੂ ਮਹਾਰਾਜ ਦਾ ਘੋੜਾ ਵੀ ਨਹੀਂ ਗਿਆ, ਉਹ ਵੀ ਕਿੱਥੇ, ਜਿੱਥੇ ਸਾਡਾ ਜਨਮ ਹੋਇਆ ਮਹਾਰਾਜ। ਸਾਡੀ ਇਹ ਜਨਮ ਭੋਏ ਆ, ਸਾਡੀ ਮਾਂ ਤੇ ਹਮਲਾ ਹੋਇਆ, ਸਾਡੇ ਪਿਓ ਤੇ ਹਮਲਾ ਹੋਇਆ, ਸਾਡੇ ਜਿਹੜੀ ਵਜੂਦ ਆ ਉਹਦੇ ਤੇ ਹਮਲਾ ਹੋ ਰਿਹਾ, ਤੇ ਉਹਦੇ ਤੇ ਜਹੇਦਾਰ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਕਤਲ ਕੇਸ ਗਲ ਪਵਾ ਲਗੇ। ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਮਹਾਰਾਜ? ਕਤਲ ਕੇਸ ਹੋਰ ਕਦੋਂ ਗਲ ਪਾਉਣਗੇ? ਮੇਰੀ ਕੋਈ ਮਾਂ ਦੇ ਨਾਲ ਗਲਤ ਵਿਵਹਾਰ ਕਰ ਰਿਹਾ ਹੋਵੇ ਤੇ ਮੈਂ ਉੱਥੇ ਸੋਚੂੰਗਾ ਕਿ ਮੇਰੇ ਤੇ ਕਤਲ ਕੇਸ ਪੈ ਜਾਊਗਾ, ਕਿ ਮੈਂ ਆਪਦੀ ਮਾਂ ਦੀ ਇੱਜ਼ਤ ਰੱਖਣ ਲਈ ਅੱਗੇ ਹੋਊਂਗਾ। ਮੇਰੇ ਪਿਓ ਦੀ ਕੋਈ ਪੱਗ ਲਾ ਕੇ ਉਹਦੀ ਦਾੜੀ ਪੁੱਟ ਰਿਹਾ ਹੋਵੇ, ਮੈਂ ਕਤਲ ਕੇਸ ਬਾਰੇ 302 ਬਾਰੇ ਸੋਚੂੰਗਾ। ਇੰਨਾ ਕੁ ਤਾਂ ਥਲੀ ਸਾਹਿਬ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਹੈ ਕੌਣ ਹੋ, ਇਹ ਤਾਂ ਦੇਖੋ ਨਾ। ਉਹ ਕਿਉਂਕਿ ਗੱਲ ਇਹ ਵੀ ਆਉਂਦੀ ਹੈ ਵਿੱਚ ਵੀ ਜਦੋਂ ਤਾਂ ਸਿੱਖ ਇਨਸਾਫ ਮੰਗਣ ਦੇ ਲਈ ਦਰਬਾਰ ਸਾਹਿਬ ਜਾਂਦੇ, ਉੱਥੇ ਤਾਂ ਟਾਸਕ ਫੋਰਸ ਕੁੱਟ ਸੁੱਟ ਦਿੰਦੀ ਹੈ ਜੀ, ਕੈਮਰੇ ਵੀ ਖੋਲ੍ਹੇ ਜਾਂਦੇ ਆ, ਪੱਤਰਕਾਰਾਂ ਤੋਂ ਵੀ ਖੋਲ੍ਹੇ ਜਾਂਦੇ ਆ, ਤੇ ਇਹ ਮਸਲੇ ਦੇ ਵਿੱਚ ਕੁਝ ਨਹੀਂ ਕੀਤਾ ਜਾਂਦਾ। ਤਾਂ ਜਿਹੜੀਆਂ ਸਿੱਖ ਸੰਗਤਾਂ ਦੇ ਇਹ ਦੋਸ਼ ਨੇ, ਜਾਂ ਉਹ ਇਹ ਵੀ ਕਹਿੰਦੇ ਨੇ, ਉਹ ਕਹਿੰਦੇ 84 ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਸਾਨੂੰ ਕੋਈ ਯੋਧਾ ਲੀਡਰ, ਚੰਗਾ ਲੀਡਰ ਮਿਲਿਆ ਨਹੀਂ ਮਿਲਿਆ। ਇਹ ਬਿਲਕੁਲ ਸੱਚ ਆ, ਤੇ ਜੇ ਮਿਲਿਆ ਤੇ ਅਸੀਂ ਉਹਦੀ ਕਦਰ ਨਹੀਂ ਪਾਈ, ਅਸੀਂ ਉਹਦੀ ਕੁਰਬਾਨੀਆਂ ਨੂੰ ਅੱਖੋਂ ਡਿੱਠਾ ਕੀਤਾ। ਕੌਣ ਹੈ ਉਹ ਜਿਹੜਾ ਮਿਲਿਆ ਜੇ ਬਾਅਦ ਦੇ ਵਿੱਚ, ਜਾਂ ਜਿਹਦੀਆਂ ਕੁਰਬਾਨੀਆਂ ਨੂੰ ਅੱਖੋਂ ਡਿੱਠਾ ਕੀਤਾ ਗਿਆ? ਕਿਹੜਾ ਲੀਡਰ ਹੈ ਜਿਹਾ ਜਿਹਨੂੰ ਅਸੀਂ ਦੇਖ ਸਕਦੇ ਆ ਵੀ ਯੋਧਾ ਸੀ? ਕਿਉਂ ਭਾਈ ਜਗਤਾਰ ਸਿੰਘ ਜੀ ਹਵਾਰਾ, ਰਾਜੋਆਣਾ ਸਾਹਿਬ, ਮਾਨ ਸਾਹਿਬ, ਹੋਰ ਇਦਾਂ ਦੇ ਹਜ਼ਾਰਾਂ ਯੋਧੇ ਹੋਏ ਨੇ। ਜੁਗਰਾਜ ਸਿੰਘ ਤੂਫਾਨ ਦਾ ਤੁਸੀਂ ਸ਼ਹੀਦੀ ਸਥਾਨ ਦੇਖਿਆ ਜਿੱਥੇ ਉਹਨਾਂ ਦਾ ਸ਼ਹੀਦੀ ਸਥਾਨ ਆ? ਉੱਥੇ ਨਿਸ਼ਾਨ ਸਾਹਿਬ ਵੀ ਵੜ ਦਿੱਤਾ ਸੀ ਪੁਲਿਸ ਨੇ, ਪਰ ਅਸੀਂ ਉੱਥੇ ਨਹੀਂ ਜਾਂਦੇ। ਮੰਗੂ ਮੱਠ ਗੁਰਦੁਆਰਾ ਢਾਤਾ, ਅਸੀਂ ਉੱਥੇ ਨਹੀਂ ਜਾਂਦੇ ਕਿਉਂਕਿ ਉੱਥੇ ਗੋਲਕ ਨਹੀਂ ਹੈਗੀ ਗੀ। ਅਸੀਂ ਹਰਕੀ ਪੌੜੀ ਨਹੀਂ ਜਾਂਦੇ ਕਿਉਂਕਿ ਉੱਥੇ ਗੋਲਕ ਨਹੀਂ ਹੈਗੀ ਗੀ। ਅਸੀਂ ਡਾਂਗਮਾਰ ਸਾਹਿਬ ਨਹੀਂ ਜਾਂਦੇਗੇ। ਤੇ ਪਰ ਜੇ ਇੱਥੇ ਕੋਈ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਹਿਸਾਬ ਮੰਗਣ ਲੱਗੇ, ਜੇ ਅਸੀਂ ਡਾਂਗ ਫੇਰ ਲੱਗੇ ਮਿੰਟ ਮਾਰਦੇ ਹਾਂ। ਉੱਥੇ ਕੇਸਾਂ ਦਾ ਡਰ ਨਹੀਂ ਲੱਗਦਾ? ਉੱਥੇ ਆਪਾਂ ਨੂੰ ਕਿਹਦੀ ਸ਼ਹਿ ਹੁੰਦੀ ਆ ਜਿਹਦੀ ਸ਼ਹਿ ਇੱਥੇ ਨਹੀਂ ਮਿਲੀ? ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਨਾ, ਕਿਉਂਕਿ ਕਾਨੂੰਨ ਤਾਂ ਇੱਕੋ ਜਿਹਾ ਹੀ ਆ ਨਾ। ਚਾਹੇ ਟਾਸਕ ਫੋਰਸ ਸਿੱਖਾਂ ਨੂੰ ਮਾਰੇ, ਚਾਹੇ ਸਿੱਖ ਵਿਰੋਧੀਆਂ ਨੂੰ ਮਾਰੇ, ਕੋਈ ਦੋ ਧਾਰਾ ਤਾਂ ਲੱਗਦੀਆਂ ਨਹੀਂ ਹੋਣੀਆਂ ਅੱਡੋ ਅੱਡ। ਫਿਰ ਉੱਥੇ ਇਹੋ ਜਿਹਾ ਕਿਹੜਾ ਇਹਨਾਂ ਨੂੰ ਹੱਲਾਸ਼ੇਰੀ ਦੇ ਦਿੰਦਾ? ਕਿਹੜੀ ਸਰਕਾਰ, ਕਿਹੜੀਆਂ ਏਜੰਸੀਆਂ ਇਹਨਾਂ ਨੂੰ ਹੱਲਾਸ਼ੇਰੀ ਦੇ ਦਿੰਦੀਆਂ ਕਿ ਸਿੱਖਾਂ ਦੇ ਡਾਂਗ ਭਰਾ ਦਿਓ? ਦੂਸਰੀ ਗੱਲ, ਮੈਂ ਇੰਨੀ ਗੱਲ ਸਿੱਖਾਂ ਨੂੰ ਇਹ ਬੇਨਤੀ ਕਰਦਾ ਕਿ ਇੱਕ ਨੈਤਿਕਤਾ ਬੜੀ ਚੀਜ਼ ਹੁੰਦੀ ਆ। ਅਸੀਂ ਮੰਨ ਲੈਂਦੇ ਹਾਂ ਜਥੇਦਾਰ ਸਾਹਿਬ ਦੀਆਂ ਸਾਰੀਆਂ, ਜੇ ਜਥੇਦਾਰ ਸਾਹਿਬ ਦਾ ਇਹਦੇ 'ਚ ਕੋਈ ਰੋਲ ਨਹੀਂ, ਗਿਆਨੀ ਭਰਪੂਰ ਸਿੰਘ ਜੀ ਦਾ ਕੋਈ ਰੋਲ ਨਹੀਂ ਨਾ, ਰਘਵੀਰ ਸਿੰਘ ਜੀ ਦਾ, ਜੇ ਗਿਆਨੀ ਰਘਵੀਰ ਸਿੰਘ ਜੀ ਦਾ ਕੋਈ ਰੋਲ ਨਹੀਂ ਹੈਗਾ ਨਾ, ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ ਉਹ। ਕਿ ਮੇਰੇ ਹੁੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਐਡਾ ਤਕੜਾ ਕਾਂਡ ਹੋ ਗਿਆ, ਮੈਂ ਇਸ ਚੀਜ਼ ਦੀ ਨੈਤਿਕਤਾ ਦੇ ਆਧਾਰ ਤੇ ਜ਼ਿੰਮੇਵਾਰੀ ਲੈਂਦਾ ਹੋਇਆ ਅਸਤੀਫਾ ਦਿੰਦਾ। ਫਿਰ ਕੁਰਸੀ ਨਾਲ ਕਿਉਂ ਚੁੰਬੜੇ ਹੋਏ ਹੋ? ਇਹਦਾ ਮਤਲਬ ਇਹਦੇ ਵਿੱਚ ਕੋਈ ਨਾ ਕੋਈ ਰਾਜ ਜ਼ਰੂਰ ਹੈਗਾ। ਇਹ ਰਾਜ ਤੁਹਾਡੇ ਵਰਗੇ ਵੀਰ, ਪੱਤਰਕਾਰ ਵੀਰ, ਉਹ ਇਸ ਚੀਜ਼ ਨੂੰ ਕਰੋਧ ਕੇ ਕੱਢ ਸਕਦੇ ਆ। ਮੈਂ ਸਾਰੇ ਮੀਡੀਆ ਨੂੰ ਕਹੂੰਗਾ, ਖਾਸ ਕਰ ਉਹ ਮੀਡੀਆ ਨੂੰ ਜੋ ਪਿਛਲੇ 10 ਮਹੀਨਿਆਂ ਤੋਂ ਇਹ ਸੰਘਰਸ਼ਾਂ ਨਾਲ ਜੁੜਿਆ ਹੋਇਆ, ਉਹਨਾਂ ਵੀਰਾਂ ਨੂੰ ਇਸ ਦੀ ਤਹਿ ਤੱਕ ਜਾਣਾ ਚਾਹੀਦਾ। ਤੇ ਜਬਰਦਸਤ ਸਿੰਘ ਜੀ, ਇੱਕ ਗੱਲ ਇਹ ਵੀ ਲੋਕ ਜਿਹੜੇ ਹੈਗੇ ਉਹ ਸਿੱਖ ਸੰਗਤਾਂ ਉਠਾਉਂਦੀਆਂ ਨੇ, ਉਹ ਕਮੇਟੀ ਵਾਲੇ ਨੇ ਕੋਈ ਸੰਗਤਾਂ, ਉਹ ਕਹਿੰਦੇ ਵੀ ਬਹੁਤ ਸਾਰੇ ਲੋਕ ਅਜਿਹੇ ਸਵਾਲ ਕਰਦੇ ਨੇ ਵੀ ਜਦੋਂ ਤਾਂ ਅਜਿਹਾ ਮੁੱਦਾ ਆਉਂਦਾ ਏ ਕੈਮਰੇ ਲੱਗ ਜਾਂਦੇ ਨੇ। ਬਹੁਤ ਲੋਕ ਜਿਹੜੇ ਹੈਗੇ ਦਲੇਰ ਬਣੇ ਹੁੰਦੇ ਆ ਵੀ ਉਸੇ ਟਾਈਮ ਸੋਧ ਦੇਣਾ ਚਾਹੀਦਾ ਸੀ, ਮੈਨੂੰ ਦਿਓ ਮੌਕਾ, ਮੈਂ ਸੋਧ ਦਿੰਦਾ। ਉਹ ਕਹਿੰਦੇ ਬਾਅਦ 'ਚ ਜ਼ਮਾਨਤਾਂ ਹੋ ਕੇ ਵੀ ਤਾਂ ਬਾਹਰ ਆ ਜਾਂਦੇ, ਫੇਰ ਲਾ ਦਿਓ ਸੋਧਾ ਇੱਕ ਅੱਧੇ ਨੂੰ, ਫੇਰ ਕਿਉਂ ਨਹੀਂ ਲਾਉਂਦੇ ਜੀ? ਕਹਿੰਦੇ ਬਿਲਕੁਲ ਸੱਚ ਹੈ ਇਹ ਸੱਚ ਹੈ। ਮੈਂ ਅੱਜ ਇੱਥੇ ਵੀ ਇਹ ਗੱਲ ਹੋਈ ਸੀ, ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਵੀ ਇੱਕ ਦੂਸਰੇ ਤੇ ਨਾ ਸਿੱਟੋ। ਮੈਂ ਹੁਣ ਵੀ ਤੁਹਾਡੇ ਔਨ ਰਿਕਾਰਡ ਕਹਿਣਾ, ਪਰਚਾ ਦੇ ਦੇ ਕੋਈ ਗੱਲ ਨਹੀਂ, ਮੈਂ ਹੁਣ ਵੀ ਦਿੱਲੀ ਰਹਿ ਕੇ ਆਇਆ ਤਿਹਾੜ ਦੇ ਵਿੱਚ, ਹੋਰ ਜਿਹੜੀ ਸਿੱਟਣਾ ਸਿੱਟਦੇ, ਮੈਂ ਔਨ ਰਿਕਾਰਡ ਕਹਿਣਾ ਕਿ ਹਰ ਸਿੱਖ ਨੂੰ ਜੇ ਆਪਣਾ ਵਜੂਦ ਰੱਖਣਾ, ਗੁਰੂ ਦੀ ਰੱਖਿਆ ਕਰਨੀ ਹੈ ਨਾ, ਜੇਬ ਦੇ ਵਿੱਚ ਤੇਜ਼ਾਬ ਜਾਂ ਮਿੱਟੀ ਦਾ ਤੇਲ ਜਾਂ ਪੈਟਰੋਲ ਲੈ ਕੇ ਚੱਲਣਾ ਚਾਹੀਦਾ। ਜਿੱਥੇ ਦਿਸਦਾ ਉੱਥੇ ਉਹੀ ਅੱਗ ਲਾਵੇ। ਦੂਸਰੇ ਨੂੰ ਕਹਿਣ ਦੀ ਬਜਾਏ ਮੈਂ ਨਹੀਂ ਕਰ ਸਕਦਾ, ਮੇਰੇ ਵੀ ਹੱਥ ਇੱਥੇ ਆ, ਮੈਂ ਵੀ ਤਾਂ ਉਹੀ ਅੰਮ੍ਰਿਤ ਛਕਿਆ, ਮੈਂ ਵੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਆਪਦਾ ਪਿਓ ਮੰਨਦਾ, ਅਨੰਦਪੁਰ ਸਾਹਿਬ ਨੂੰ ਆਪਦਾ ਪਿੰਡ ਮੰਨਦਾ, ਆਪਦੇ ਨਾਨਕੇ ਗੁਰੂ ਕੇ ਲਾਹੌਰ ਕਹਿਣਾ ਮੇਰਾ ਨਹੀਂ ਫਰਜ਼ ਬਣਦਾ? ਮੈਂ ਦੂਸਰੇ ਤੇ ਉਂਗਲੀ ਚੁੱਕਾਂ ਕਿ ਉਹਨੇ ਕਿਉਂ ਨਹੀਂ ਮਾਰਿਆ, ਮੇਰਾ ਵੀ ਉਨਾ ਹੀ ਫਰਜ਼ ਬਣਦਾ। ਤੇ ਮੈਂ ਇਹ ਹਰ ਕਬੀਰ ਨੂੰ ਕਹੂੰਗਾ, ਜਿਹੜਾ 3 ਫੁੱਟੀ ਤਲਵਾਰ ਨਹੀਂ ਨਾ ਰੱਖ ਸਕਦਾ, ਇੱਕ ਬੋਤਲ ਦੇ ਵਿੱਚ ਤੇਜ਼ਾਬ ਤਾਂ ਪਾ ਕੇ ਰੱਖ ਸਕਦਾ ਨਾ। ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਬੇਅਦਬੀ ਕਰਦਾ, ਕਿਸੇ ਧੀ ਭੈਣ ਦੀ ਬੇਪਤੀ ਕਰਦਾ, ਕਿਸੇ ਬਜ਼ੁਰਗ ਨਾਲ ਧੱਕਾ ਮੁੱਕੀ ਕਰਦਾ, ਉਹਨੂੰ ਉੱਥੇ ਹੀ ਸੋਧਿਆ ਜਾਵੇ। ਫਿਰ ਉਹ ਇੱਕ ਇਹ ਵੀ ਤਾਂ ਹੈਗਾ ਜੀ, ਜੇ ਆਪਾਂ ਇਹ ਚੀਜ਼ਾਂ ਨਹੀਂ ਕਹਿੰਦੇ, ਇਹ ਚਲੋ ਕਾਨੂੰਨ ਮੰਨਦੇ ਆ ਵੀ ਕਾਨੂੰਨ, ਫਿਰ ਸਾਰੀਆਂ ਸਿੱਖ ਜਥੇਬੰਦੀਆਂ ਵਿੱਚੇ ਸ਼੍ਰੋਮਣੀ ਕਮੇਟੀ ਸਾਰੀਆਂ ਇੱਕ ਹੋ ਕੇ ਸਰਕਾਰ ਤੇ
ਪੂਰਾ ਦਬਾਅ ਬਣਾ ਕੇ ਇਹ ਕਾਨੂੰਨ ਨਹੀਂ ਲਿਆ ਸਕਦੇ ਵੀ ਜਿਨ੍ਹਾਂ ਕਿਸੇ ਵੀ ਇਸ਼ਟ ਦੀ, ਚਾਹੇ ਉਹ ਸਿੱਖਾਂ ਦਾ, ਚਾਹੇ ਉਹ ਹਿੰਦੂਆਂ ਦਾ, ਚਾਹੇ ਉਹ ਮਤਲਬ ਕਿ ਮੁਸਲਿਮ ਧਰਮ ਤੋਂ, ਕਿਸੇ ਵੀ ਧਰਮ ਤੋਂ ਕੋਈ ਗ੍ਰੰਥ ਦੀ ਬੇਅਦਬੀ ਕਰਦਾ ਨਹੀਂ ਲਿਆ ਤਾਂ ਉਹਨੂੰ ਚੁਰਾਹੇ 'ਚ ਖੜਾ ਕੇ ਗੋਲੀ ਮਾਰੋ ਜਾਂ ਉਹਦਾ ਗਾਟਾ ਲਾਓ। ਇਹ ਕਾਨੂੰਨ ਨਹੀਂ ਆ ਸਕਦਾ। ਨਹੀਂ, ਕਾਨੂੰਨ ਅਰਬ ਕੰਟਰੀਆਂ 'ਚ ਹੈਗੇ ਕਾਨੂੰਨ ਜਿਨ੍ਹਾਂ ਨੇ ਲਿਆਉਣਾ ਨਾ ਉਹੀ ਤਾਂ ਬੇਅਦਬੀਆਂ ਕਰਾਉਂਦੇ ਨੇ। ਹੁਣ ਤੁਹਾਡੇ ਗੱਲ ਯਾਦ ਹੋਊਗੀ, ਸਾਰਿਆਂ ਨੂੰ ਯਾਦ ਆ ਕਿ ਗੁਟਕਾ ਸਾਹਿਬ ਦੀ ਸਹੁੰ ਪਾਈ ਸੀ ਕੈਪਟਨ ਸਾਹਿਬ ਨੇ, ਕਹਿੰਦਾ ਮੈਂ ਨਸ਼ਾ ਬੰਦ ਕਰ ਦੂੰ। ਨਸ਼ਾ ਬੰਦ ਨਹੀਂ ਹੋਇਆ ਕਿਉਂਕਿ ਸੈਂਟਰ ਦੀਆਂ ਏਜੰਸੀਆਂ ਤਾਂ ਵੇਚ ਰਹੀਆਂ। ਜਿਹੜੀਆਂ ਏਜੰਸੀਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਬਾਰਡਰ ਦੇ ਪਾਰ 250 ਬੰਦਾ ਬੈਠਾ ਜਿਹੜਾ ਪੰਜਾਬ 'ਚ ਆਉਣਾ ਚਾਹੁੰਦਾ ਅੱਤਵਾਦੀ, ਦਵਾਰਕਾ 'ਚ ਉਹੀ ਚਿੱਟਾ ਬਣ ਰਿਹਾ ਕੈਮੀਕਲੀ, ਜਿਹੜਾ ਅੱਜ ਸਾਡੇ ਜਵਾਕਾਂ ਦੀ ਜਾਨ ਲੈ ਰਿਹਾ ਜਿਹੜਾ ਚਿੱਟਾ, ਉਹ ਦਵਾਰਕਾ 'ਚ ਦਿੱਲੀ 'ਚ ਬਣ ਰਿਹਾ। ਇੰਨੀਆਂ ਏਜੰਸੀਆਂ ਬੈਠੀਆਂ, ਉਹਨਾਂ ਨੂੰ ਕਿਉਂ ਨਹੀਂ ਬੰਦ ਕਰਿਆ ਜਾਂਦਾ? ਕਿਉਂਕਿ ਏਜੰਸੀਆਂ ਹੀ ਇਹ ਸਭ ਕੁਝ ਕਰਵਾਉਂਦੀਆਂ, ਚਾਹੇ ਉਹ ਨਸ਼ਾ ਹੋਵੇ ਪੰਜਾਬ 'ਚ ਆ ਰਿਹਾ, ਚਾਹੇ ਉਹ ਬੇਅਦਬੀਆਂ ਹੋਣ, ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਣ ਜਾਂ ਕਿਸੇ ਹੋਰ ਧਰਮ ਦੀਆਂ ਹੋਣ। ਇਹ ਜੋ ਕਰਵਾ ਰਿਹਾ ਇਹ ਸਭ ਏਜੰਸੀਆਂ ਹੀ ਕਰਵਾ ਰਹੀਆਂ, ਚਾਹੇ ਉਹ ਘੱਟ ਗਿਣਤੀ ਮੁਸਲਮਾਨਾਂ ਦੇ ਖਿਲਾਫ ਹੋਵੇ, ਘੱਟ ਗਿਣਤੀ ਸਿੱਖਾਂ ਦੇ ਖਿਲਾਫ ਹੋਵੇ, ਬਹੁ ਗਿਣਤੀ ਜਿਹੜੇ ਆਪਣੇ ਆਪ ਨੂੰ ਹਿੰਦੂ ਮੰਨਦੇ ਨੇ ਤੇ ਜਿਨ੍ਹਾਂ ਨੂੰ ਬ੍ਰਾਹਮਣ ਜਾਂ ਹਿੰਦੂ ਕਹਿ ਸਕਦੇ ਆ, ਸ਼ੂਦਰ ਕਹਿੰਦਾ ਗਾ, ਉਹਨਾਂ ਨਾਲ ਵੀ ਜੋ ਧੱਕਾ ਹੁੰਦਾ, ਜੋ ਗਲਤ ਹੁੰਦੇ ਆ, ਉਹਨਾਂ ਨਾਲ ਜ਼ਬਰਦਸਤੀਆਂ ਹੁੰਦੀਆਂ ਉਹਨਾਂ ਬੱਚੀਆਂ ਨਾਲ, ਇਹ ਸਭ ਸਰਕਾਰੀ ਛੜਯੰਤਰ ਆ ਏਜੰਸੀਆਂ ਦੇ। ਇੱਕ ਹਿੰਦੁਸਤਾਨ ਮੈਂ ਇਹੋ ਜਿਹਾ ਦੇਸ਼ ਦੇਖਿਆ, ਭਾਰਤ ਇੱਕ ਇਹੋ ਜਿਹਾ ਦੇਸ਼ ਦੇਖਿਆ ਜਿਹੜਾ ਆਪਦੀਆਂ ਖੁਫੀਆਂ ਏਜੰਸੀਆਂ ਨੂੰ ਆਪਦੇ ਹੀ ਲੋਕਾਂ ਨੂੰ ਖਤਮ ਕਰਨ ਲਈ ਲਾਉਂਦਾ ਗਾ। CI ਆ, MI6 ਆ, ਉਹ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਸਿੱਟ ਦਿੰਦੀਆਂ, ਮੰਨਦੇ ਆ ਸਾਰਿਆਂ ਦੇਸ਼ਾਂ ਦੇ ਵਿੱਚ ਇਹ ਏਜੰਸੀਆਂ ਨੇ, ਪਰ ਇੱਕ ਭਾਰਤ ਇਹੋ ਜਿਹਾ ਦੇਸ਼ ਆ ਜਿੱਥੋਂ ਦੀਆਂ ਏਜੰਸੀਆਂ ਆਪਦੇ ਹੀ ਲੋਕਾਂ ਨੂੰ ਖਤਮ ਕਰਨ ਲਈ ਜਾਂ ਉਹਨਾਂ ਨੂੰ ਦਬਾਉਣ ਲਈ ਜਾਂ ਉਹਨਾਂ ਦੀ ਨਸਲਕੁਸ਼ੀ ਕਰਨ ਲਈ ਵਰਤੀਆਂ ਜਾਂਦੀਆਂ। NI ਹੋਈ ਜਾਂ ਰੌ ਹੋਈ, ਸਪੈਸ਼ਲ ਸੈੱਲ ਹੋ ਗਈ, ਮੈਨੂੰ ਸਪੈਸ਼ਲ ਸੈੱਲ ਨੇ ਰੱਖਿਆ 10 ਦਿਨ ਉੱਥੇ, ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ UAPA ਲਾ ਦਈਏ, ਮੇਰੇ ਅੱਗੇ ਕਈਆਂ 'ਤੇ ਲਾਇਆ। ਮੈਂ ਉੱਥੇ ਤਿਹਾੜ ਦੇ ਵਿੱਚ ਰਿਹਾ, ਉੱਥੇ ਜੰਮੂ ਕਸ਼ਮੀਰ ਤੋਂ ਕਈ ਵੀਰ ਨੇ ਜਿਨ੍ਹਾਂ 'ਤੇ ਲਾਇਆ ਹੋਇਆ, ਜਿਨ੍ਹਾਂ ਦੇ ਵਿੱਚ ਸਿੱਖ ਵੀ ਨੇ। ਜੰਮੂ ਕਸ਼ਮੀਰ ਮਾਮਲੇ 'ਚ ਗਏ ਸੀ ਤੁਸੀਂ? ਤੇ ਲਾਲ ਕਿਲ੍ਹੇ ਵਾਲੇ ਮਾਮਲੇ ਦੇ ਵਿੱਚ 3.5 ਮਹੀਨੇ ਲਾ ਕੇ ਆਏ ਅਸੀਂ ਉੱਥੇ। ਅਸੀਂ ਜਹੇਦਾਰ ਹਵਾਰਾ ਜੀ ਨੂੰ ਵੀ ਸਾਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੇ ਜਦੋਂ ਗੱਲਾਂ ਪਤਾ ਲੱਗੀਆਂ, ਉਹ ਸਾਨੂੰ ਅੰਦਰੋਂ ਪਤਾ ਲੱਗਦਾ ਵੀ ਹੋ ਕੀ ਰਿਹਾ। ਵਾਕਈ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਸਭ ਕੁਝ ਏਜੰਸੀਆਂ ਹੀ ਕਰਵਾ ਰਹੀਆਂ ਨੇ ਤੇ ਇਹ ਸਾਡੇ ਰਾਜਨੀਤਿਕ ਲੀਡਰ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਹੋਣ, ਜੋ ਵੀ ਸੱਤਾ 'ਚ ਰਿਹਾ ਨਾ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਸ਼੍ਰੋਮਣੀ ਕਮੇਟੀ ਹੋਵੇ, ਸਾਰੀਆਂ ਏਜੰਸੀਆਂ ਦੇ ਹਿਸਾਬ ਨਾਲ ਹੀ ਚੱਲਦੀਆਂ। ਉਹਨਾਂ ਨੂੰ ਨਹੀਂ ਕਹਿ ਸਕਦੀਆਂ ਕਿ ਤੁਸੀਂ ਕਾਨੂੰਨ ਬਣਾਓ, ਤੇ ਨਾ ਹੀ ਉਹ ਕਿਸੇ ਦੇ ਕਹਿਣ 'ਤੇ ਕਾਨੂੰਨ ਬਣਾਉਣਗੇ, ਕਿਉਂਕਿ ਉਹ ਤਾਂ ਕਾਨੂੰਨਾਂ ਨੂੰ ਲਚਕੀਲੇ ਕਰਦੇ ਨੇ ਤਾਂ ਕਿ ਉਹਨਾਂ ਦੀ ਵਰਤੋਂ ਦੰਗੇ ਭੜਕਾਉਣ ਦੇ ਵਿੱਚ, ਇੱਦਾਂ ਦਾ ਮਾਹੌਲ ਤੁਸ਼ਟੀਕਰਨ ਕਰਨ ਦੇ ਵਿੱਚ ਕੀਤਾ ਜਾਵੇ ਤੇ ਫਿਰ ਉਹਨੂੰ ਵੋਟਾਂ ਦੀ ਖੇਤੀ ਦੇ ਰੂਪ ਦੇ ਵਿੱਚ ਵੱਢਿਆ ਜਾਵੇ ਤੇ ਲੋਕਾਂ ਦਾ ਜਿਹੜਾ ਜਿਹਨੂੰ ਆਪਾਂ ਸਰਕਾਰੀ ਕੰਪਨੀਆਂ ਕਹਿੰਦੇ ਆ, ਉਹਨਾਂ ਨੂੰ ਔਣੇ ਪੌਣੇ ਭਾਵਾਂ 'ਤੇ ਵੇਚ ਕੇ ਆਪਦੇ ਜਿਹੜੇ ਆਕਾ ਨੇ, ਪੂੰਜੀਪਤੀ ਨੇ, ਜਿਹਦੇ ਵਿੱਚ ਸਾਡੇ ਦੇਸ਼ ਦੇ ਅੰਬਾਨੀ ਅਡਾਨੀ, ਬਾਹਰਲੇ ਬਿਲ ਗੇਟਸ ਵਗੈਰਾ ਹੋਰ ਬੜੇ, ਉਹ ਸਾਰਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾਵੇ। ਇਹ ਸਾਰਾ ਰੋਲ ਘਚੋਲਾ ਵੀਰ ਮੇਰਿਆ, ਸਾਰਾ ਉਸੇ ਦਾ ਹੀ ਆ, ਏਜੰਸੀਆਂ ਦਾ ਤੇ ਪੂੰਜੀਪਤੀਆਂ ਦਾ ਕਰਿਆ ਹੋਇਆ। ਨਾ ਇਹ ਕਾਨੂੰਨ ਅੱਜ ਬਣਨੇ ਆ, ਨਾ ਆਉਣ ਵਾਲੇ 10-20 ਸਾਲਾਂ 'ਚ ਬਣਨੇ ਆ, ਤੁਹਾਡੇ ਸਾਹਮਣੇ ਆ। ਸਿੱਧੂ ਸਾਹਿਬ ਕਿਵੇਂ ਵੇਖਦੇ ਹੋ? ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੜੀ ਸਾਹਿਬ ਬਹੁਤ ਬਹੁਤ ਧੰਨਵਾਦ। ਤੁਸੀਂ ਹਰ ਜਗ੍ਹਾ ਪੰਥ ਦੀ ਸੇਵਾ ਦੇ ਵਿੱਚ ਜਿੱਥੇ ਲੋੜ ਹੁੰਦੀ ਹੈ, ਤੁਹਾਡਾ ਚੈਨਲ ਤੁਸੀਂ ਆਪ ਇੰਡੀਵਿਜੂਅਲੀ ਜਾ ਕੇ ਸੇਵਾ ਕਰਦੇ ਹੋ, ਬਹੁਤ ਹੀ ਤੁਹਾਡਾ ਧੰਨਵਾਦ, ਬਹੁਤ ਪਿਆਰ ਸਤਿਕਾਰ। ਔਰ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਆਏ ਹੋ, ਇਹ ਹੋਰ ਵੀ ਉੱਤਮ ਸੇਵਾ ਮੈਂ ਮੰਨਦਾ ਹਾਂ, ਔਰ ਇੱਕ ਸਿੱਖ ਨੂੰ ਕਰਨੀ ਚਾਹੀਦੀ ਜੋ ਤੁਸੀਂ ਕਰ ਰਹੇ ਹੋ। ਦੂਜੀ ਬੇਨਤੀ ਇਹ ਹੈ, ਇਸ ਜਿਹੜਾ ਬੇਅਦਬੀ ਦੀਆਂ ਘਟਨਾਵਾਂ ਨੇ, ਮੈਂ ਸੁਬਾਹ ਤੋਂ ਹੀ ਇਸ ਗੱਲ ਦੇ ਉੱਤੇ ਜਿੱਥੇ ਵੀਰ ਬੈਠੇ ਆ ਉਹ ਤੇ ਅੰਦਰ ਪੁਲਿਸ ਵਾਲੇ ਇੰਸਪੈਕਟਰ ਸਾਹਿਬ ਤੇ DSP ਕਾਲੋਂ ਸਾਹਿਬ, ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਆ। ਦੇਖੋ ਇੱਥੇ ਹੁਣ ਜਿਹੜੇ ਆ ਕੇ ਪਤਾ ਲੱਗਿਆ ਸਾਨੂੰ ਵੀ ਇੱਕ ਤਾਂ ਬੇਅਦਬੀ ਕਰਨ ਵਾਲਾ ਹੈ, ਇੱਕ ਉਹਦੇ ਪਿੱਛੇ ਤਾਕਤ ਹੈ। ਮੈਂ DSP ਸਾਹਿਬ ਨੂੰ ਇਹ ਬੇਨਤੀ ਕਰੀ ਸੀ, ਮੈਂ ਕਿਹਾ ਸਰ ਜਿੰਨੇ ਵੀ ਪੰਜਾਬ ਦੇ ਵਿੱਚ ਬੰਦੇ ਫੜ ਹੁੰਦੇ ਬੇਅਦਬੀ ਵਾਲੇ, ਤੁਸੀਂ ਇਹ ਪੜ੍ਹਦੇ ਆ ਵੀ ਇਹ ਜਗਤ ਸਿੰਘ ਜਾਂ ਕੋਈ ਵੀ ਆਹ ਬੰਦਾ ਹੈ, ਇਹ ਲੁਧਿਆਣੇ ਦਾ ਰਹਿਣ ਵਾਲਾ, ਇਹਦਾ ਬਾਪ ਆ, ਇਹਦੀ ਮਾਸੀ ਆ, ਇਹਦੀ ਭੂਆ ਆ ਇਹ, ਪਰ ਤੁਸੀਂ ਇਹ ਕਦੇ ਨਹੀਂ ਸਾਨੂੰ ਦੱਸਦੇ ਵੀ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਦੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ। ਅੱਜ ਤੱਕ ਮੈਂ ਕਿਸੇ ਪੁਲਿਸ ਅਫਸਰ ਦੀ ਜਿਹੜੀ ਆ ਉਹ ਸਟੇਟਮੈਂਟ ਨਹੀਂ ਸੁਣੀ ਕਦੇ ਵੀ। ਤੁਸੀਂ ਵੀ ਦੇਖ ਲਿਓ, ਜਿੱਦਣ ਦੀਆਂ ਬੇਅਦਬੀਆਂ ਹੋ ਰਹੀਆਂ ਉਹ ਨਹੀਂ ਹੋ ਰਹੀਆਂ। ਦੂਜਾ, ਹੁਣ ਜਦੋਂ ਇੱਥੇ ਅਸੀਂ ਆ ਕੇ ਦੇਖਿਆ ਸ਼੍ਰੋਮਣੀ ਕਮੇਟੀ ਮਤਲਬ ਸਾਨੂੰ ਐਵੇਂ ਦਾ ਸਾਡੇ ਨਾਲ ਉਹ ਵਰਤਾਓ ਕਰ ਰਹੇ ਆ। ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਉਹ ਆਪ ਪੁਲਿਸ ਦੀਆਂ ਮਤਲਬ ਤੁਸੀਂ ਉਹ ਜਥੇਦਾਰ ਤਖਤ ਸਾਹਿਬ ਦੇ ਉੱਤੇ ਸੇਵਾਦਾਰ ਹੈ ਤੇ ਇੱਥੇ ਦਾ ਜਿਹੜਾ ਜਥੇਦਾਰ ਹੈ ਉਹ ਰਘਬੀਰ ਸਿੰਘ, ਉਹਦਾ ਤੁਸੀਂ ਦੇਖ ਲਓ ਹਾਲਾਤ। ਉਹ ਪੁਲਿਸ ਦੀ ਪ੍ਰੋਟੈਕਸ਼ਨ ਲੈ ਕੇ ਜਾਂਦਾ ਹੈ ਜੀ, ਸਿੱਖੀ ਦਾ ਪ੍ਰਚਾਰ ਕਰਨ ਜਾ ਰਿਹਾ ਪੁਲਿਸ ਦੀ ਪ੍ਰੋਟੈਕਸ਼ਨ ਲੈ ਕੇ। ਤੇ ਅੱਜ ਉਹ ਸਾਨੂੰ ਮਤਲਬ
ਜਿਹੜਾ ਬਾਦਲ ਦਲ ਹੈ ਔਰ ਉਹਦੀ ਐਸਜੀਪੀਸੀ ਆ, ਉਹ ਸਾਡੇ ਨਾਲ ਇਦਾਂ ਸਾਨੂੰ ਟਰੀਟ ਕਰ ਰਹੇ ਆ ਵੀ ਇਹ ਤਾਂ ਜੀ ਦੁਸ਼ਮਣ ਦਲਾਂ ਦੇ ਬੰਦੇ ਆ, ਇਹਨਾਂ ਦੀ ਤਾਂ ਸਾਡੇ ਨਾਲ ਨਿੱਜੀ ਰੰਜਿਸ਼ ਹੈ। ਮਤਲਬ ਕਹਿਣ ਦਾ ਭਾਵ ਕਿਤੇ ਨਾ ਕਿਤੇ ਉਹ ਜਿਹੜੀ ਦੂਜੀ ਧਿਰ ਸਾਡੀ ਹੈਗੀ ਹੈ ਸਰਕਾਰੀ ਧਿਰ ਦੇ ਨਾਲ ਮਿਲਦੀ ਜੁਲਦੀ ਐਸਜੀਪੀਸੀ ਔਰ ਅਕਾਲੀ ਦਲ, ਉਹ ਸਾਨੂੰ ਇਸ ਤਰੀਕੇ ਨਾਲ ਮਤਲਬ ਟਰੀਟ ਕਰ ਰਹੇ ਆ ਵੀ ਇਹ ਗਾਹਾਂ ਨੂੰ ਕੋਈ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਆਵੇ ਹੀ ਨਾ ਉਹਨਾਂ ਦੇ ਹੱਕ 'ਚ। ਜੇ ਅਸੀਂ ਜਿਹੜੀ ਬੇਅਦਬੀ ਹੋਈ ਹੈ ਇਹਨੂੰ ਮਤਲਬ ਢੱਕ ਲਓ, ਇੱਥੇ ਇਹਨੂੰ ਗੱਲ ਖਤਮ ਕਰ ਦਿਓ, ਉਹ ਬੰਦੇ ਨੂੰ ਭਾਵੇਂ ਛੱਡ ਦਿਓ, ਪਰ ਐਸਜੀਪੀਸੀ ਨੂੰ ਨਾ ਕਹੋ ਵੀ ਉਹਨਾਂ ਦੇ ਅੰਦਰ ਬੇਅਦਬੀ ਤਖਤ ਸਾਹਿਬ ਤੇ ਹੋ ਗਈ, ਤੁਹਾਡੀ ਕੋਈ ਨਲਾਇਕੀ, ਇਹ ਗੱਲ ਨਾ ਕਹਿ ਦਿਓ। ਉਹ ਬੰਦੇ ਨੂੰ ਛੱਡਣਾ ਤੁਸੀਂ ਹੁਣ ਛੱਡ ਦਿਓ, ਉਹ ਮਹਿਕਮੇ ਨੂੰ ਕੋਈ ਇਤਰਾਜ਼ ਨਹੀਂ ਨਾ ਉਹਨਾਂ ਪਰ ਇਸ ਗੱਲ ਦਾ ਕੋਈ ਅਸਰ ਹੈ। ਦੂਜੀ ਗੱਲ, ਸਾਡੀ ਜਿਹੜੀ ਇੱਕ ਹੋਰ ਮਾਨਸਿਕਤਾ, ਅਸੀਂ ਜਿਹੜੇ ਬੰਦੇ ਪਰਸੋਂ ਚੌਥੇ ਦੇ ਕੰਮ ਛੱਡ ਕੇ ਸਾਰੇ ਬੰਦੇ ਮੈਂ ਮੇਰੇ ਸਮੇਤ ਭੱਜੇ ਫਿਰਦੇ ਹਾਂ, ਅਲੱਗ-ਅਲੱਗ ਦੂਰੋਂ ਨੇੜਿਓਂ ਬੰਦੇ, ਕਿਸੇ ਦੇ ਡੰਗਰ ਭੁੱਖੇ ਮਰ ਰਹੇ, ਕਿਸੇ ਦੇ ਜਵਾਕ ਸਕੂਲ ਤੋਂ ਰਹਿ ਰਹੇ, ਹਰ ਬੰਦਾ ਮਤਲਬ ਸਾਵੇਂ ਬੰਦੇ ਆ, ਕੰਮਕਾਰ ਤੋਂ ਬਹੁਤ ਔਖੇ ਆਉਂਦੇ ਆ। ਪਰ ਸਾਡੇ 'ਚ ਮੈਨੂੰ ਜਿਹੜੀ ਮੇਰੇ ਸਮੇਤ ਮੈਨੂੰ ਭਾਵ ਇੱਕ ਕਮੀ ਲੱਗੀ ਆ ਸਾਡੇ 'ਚ, ਜਿਹੜਾ ਗੁਰੂ ਪਿਤਾ ਨੇ ਸਾਨੂੰ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਉਹ ਸਾਡੇ 'ਚ ਨਾ ਹੋ ਕੇ ਅੱਜ ਅਸੀਂ ਭੱਜ ਕੇ ਕੈਮਰਿਆਂ ਦੇ ਮੂਹਰੇ ਭੱਜ ਕੇ ਜਦੇ ਸਟੇਟਮੈਂਟਾਂ, ਮੈਂ ਆਏ ਕਰਿਆ, ਮੈਂ ਆਏ ਕਰਿਆ, ਮੈਂ ਆਏ ਕਰਿਆ, ਮਤਲਬ ਉਹ ਗੱਲ ਸਾਡੇ 'ਚ ਹਉਮੈ ਕਿਤੇ ਨਾ ਕਿਤੇ ਉਹਦਾ ਸੱਪ ਸਾਡੇ 'ਚ ਬਰਾਬਰ ਬਹੁਤ ਫੰਕਾਰਾ ਮਾਰ ਰਿਹਾ। ਜੇ ਅਸੀਂ ਕੌਮ ਦੀ ਸੇਵਾ ਵਾਸਤੇ ਆਏ ਹਾਂ, ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਨਿਮਰਤਾ ਬਖਸ਼ ਦੇਣ, ਹੰਕਾਰ ਤੋਂ ਰਹਿਤ ਕਰ ਦੇਣ ਔਰ ਲੀਡਰੀ ਛੱਡ ਕੇ ਨਵਾਬ ਕਪੂਰ ਸਿੰਘ ਵਾਂਗੂ ਸਾਨੂੰ ਲਿੱਧ ਚੱਕਣ ਲਾ ਦੇਣ, ਸਾਡੀ ਕੌਮ ਕਿਸੇ ਟਿਕਾਣੇ ਲੱਗ ਜੂ। ਦੂਜੀ ਗੱਲ, ਇੱਕ ਜਿਹੜਾ ਕਿਹਾ ਵੀ 84 ਤੋਂ ਬਾਅਦ ਸਾਨੂੰ ਲੀਡਰ ਨਹੀਂ ਮਿਲਿਆ, ਲੀਡਰ ਤਾਂ ਸਾਨੂੰ ਮਿਲੇ ਆ, ਜਾਂ ਤਾਂ ਸਾਡੇ ਬਹੁਤੇ ਸਰਕਾਰ ਨੇ ਲੀਡਰ ਜੇਲ੍ਹਾਂ ਦੇ ਵਿੱਚ ਬੰਦ ਕਰਤੇ, ਜਾਂ ਜਿਹੜੇ ਬਾਹਰ ਆ ਸਰਦਾਰ ਮਾਨ ਵਰਗੇ, ਉਹਨਾਂ ਦੇ ਆਲੇ ਦੁਆਲੇ ਏਜੰਸੀਆਂ ਦਾ ਇਹੋ ਜਿਹਾ ਘੇਰਾ ਹੈ ਵੀ ਲੋਕਾਂ ਨੂੰ ਉਹਨਾਂ ਦੀ ਇਮੇਜ ਖਰਾਬ ਕਰਨ ਵਾਸਤੇ ਪ੍ਰੋਪਰ ਸਰਕਾਰ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਬਹੁਤ ਜ਼ੋਰ ਲਾ ਰਹੀ ਹੈ। ਹੁਣ ਇਸ ਮਾਮਲੇ 'ਚ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਕੀ ਸਟੈਂਡ ਹੈ? ਤੁਹਾਡੇ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਅਸੀਂ ਅਖਬਾਰੀ ਬਿਆਨ ਮੈਂ ਤੇ ਦੇਖਿਆ ਨਹੀਂ। ਸਾਨੂੰ ਉਹਨਾਂ ਨੇ ਜੀ ਕੱਲ੍ਹ ਦਾ ਹੀ ਭੇਜਿਆ। ਮੈਂ ਕਾਫੀ ਤੁਹਾਨੂੰ ਪਤਾ ਲੰਬੇ ਸਮੇਂ ਤੋਂ ਬਿਮਾਰ ਵੀ ਸੀਗਾ। ਸਾਡੇ ਨਾਲ ਮੇਰੇ ਨਾਲ ਸਰਦਾਰ ਬਲਿਹਾਰ ਸਿੰਘ ਆ, ਸਾਡੀ ਪਾਰਟੀ ਦੇ ਉੱਚ ਅਹੁਦੇਦਾਰ ਹੈ। ਸਾਡੀ ਪਾਰਟੀ ਦੇ 20 ਬੰਦੇ ਇਸ ਕੰਮ ਤੇ ਲੱਗੇ ਹੋਏ ਆ, ਅਸੀਂ ਦੇਖ ਰੇਖ ਕਰ ਰਹੇ ਹਾਂ। ਸਾਰੇ ਮੋਹਾਲੀ ਤੋਂ ਸਾਡੀ ਟੀਮ ਆਈ ਹੋਈ ਆ, ਖੰਨੇ ਤੋਂ ਆਏ ਹੋਏ ਆ, ਅਸੀਂ ਆਏ ਹੋਏ ਹਾਂ 4-5 ਜਾਣੇ ਗੱਡੀ ਲੈ ਕੇ। ਸੋ ਅਸੀਂ ਮਾਨ ਸਾਹਿਬ ਤਾਂ ਇੰਨੇ ਮਤਲਬ ਇਸ ਗੱਲ ਤੋਂ ਦੁਖੀ ਹੈ। ਉਹਨਾਂ ਦਾ ਇੱਕ ਗੱਲ ਉਹਨਾਂ ਨੇ ਮੇਰੇ ਨਾਲ ਬੇਅਦਬੀਆਂ ਦੇ ਮਾਮਲੇ ਤੇ ਕਈ ਵਾਰ ਕਰੀ। ਉਹ ਕਹਿੰਦੇ ਹਰਜੀਤ ਸਿੰਘ ਕਦੇ ਵੀ ਪਾਕਿਸਤਾਨ ਦੇ ਵਿੱਚ ਕੁਰਾਨ ਦੀ, ਜਿਵੇਂ ਵੀਰ ਨੇ ਕਿਹਾ, ਬੇਅਦਬੀ ਨਹੀਂ ਹੁੰਦੀ। ਕਾਹਤੇ ਨਹੀਂ ਹੁੰਦੀ? ਸਾਨੂੰ ਗੁਰੂ ਸਾਹਿਬ ਦੇ ਹੁਕਮਾਂ ਨੂੰ ਬਚਣਾ ਪਊਗਾ। ਗੁਰੂ ਪਿਤਾ ਸਾਨੂੰ ਪਹਿਲਾਂ ਹੀ ਕਹਿ ਗਏ, ਰਾਜ ਬਿਨਾ ਨਹਿ ਧਰਮ ਚਲੇ ਹੈ। ਮਹਾਰਾਜ ਕਹਿੰਦੇ ਰਾਜ ਤੇ ਬਿਨਾ ਧਰਮ ਚੱਲਣਾ ਨਹੀਂ। ਪਾਕਿਸਤਾਨ ਦੇ ਵਿੱਚ ਕੁਰਾਨ ਦੀ ਵਾਹੀ ਇਸ ਕਰਕੇ ਬੇਅਦਬੀ ਨਹੀਂ ਹੁੰਦੀ, ਉਹਨਾਂ ਦੇ ਲੀਡਰ ਸੁਹਿਰਦ ਸੀਗੇ, ਉਹਨਾਂ ਦਾ ਉੱਥੇ ਰਾਜ ਹੈ, ਕਿਉਂ ਹੋਊਗੀ ਉਹਨਾਂ ਦੀ ਬੇਅਦਬੀ? ਉਹਨਾਂ ਦਾ ਧਰਮ ਪ੍ਰਫੁੱਲਤ ਹੋਊਗਾ, ਉੱਥੇ ਉਹਨਾਂ ਦਾ ਰਾਜ ਹੈ। ਇੰਡੀਆ ਦੇ ਵਿੱਚ ਕਦੇ ਵੀ ਮਤਲਬ ਇਸ ਗੱਲ ਕਰਕੇ ਕੋਈ ਹਿੰਦੂਆਂ ਦੇ, ਅਸੀਂ ਨਹੀਂ ਚਾਹੁੰਦੇ ਉਹਨਾਂ ਦੇ ਜਿਹੜੇ ਪਵਿੱਤਰ ਗ੍ਰੰਥ ਹੈ, ਗੀਤਾ, ਰਾਮਾਇਣ ਵਗੈਰਾ, ਉਹਨਾਂ ਦੀ ਕਦੇ ਬੇਅਦਬੀ ਨਹੀਂ ਹੁੰਦੀ, ਕਿਉਂ ਕਰਕੇ ਇੱਥੇ ਹਿੰਦੂਇਜ਼ਮ ਦਾ ਰਾਜ ਹੈ। ਮਤਸਬੀ ਹਿੰਦੂ ਸਰਕਾਰਾਂ, RSS ਦੇ ਤਾਂ ਲੀਡਰ ਰੋਜ਼ਾਨਾ ਤੀਜੇ ਦਿਨ ਬਿਆਨ ਦੇ ਰਹੇ ਹੈ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਭਾਰਤ ਕੇ ਸਭ ਲੋਕ ਹਿੰਦੂ ਹੈ। ਤੀਜੇ ਦਿਨ ਪਰਸੋਂ ਫੇਰ ਤੋਗੜੀਆ ਦਾ ਬਿਆਨ ਤਾਂ, ਪਹਿਲਾਂ ਮੋਹਨ ਭਾਗਵਤ ਦਾ ਬਿਆਨ ਤਾਂ। ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਮੰਨਣੀ ਪਊਗੀ, ਉਸ ਬੰਦੇ ਦੇ ਆਲੇ ਦੁਆਲੇ ਜਿਹੜਾ ਮੈਂ ਘੇਰਾ, ਮੈਂ ਵੀ ਐਕਸ ਆਰਮੀ ਅਫਸਰ ਹਾਂ, ਮੈਂ ਜਿਹੜਾ ਸਾਰੇ ਕੇਸ ਨੂੰ ਇਹਨੂੰ ਦੇਖਿਆ ਸੁਬਾਹ ਦਾ 8-10 ਘੰਟੇ ਲਾ ਕੇ, ਉਹਦੇ ਵਿੱਚ ਇਹ ਹੈ ਕਿਹੜੇ ਬੰਦੇ ਨੇ ਬੇਅਦਬੀ ਕਰਨੀ ਹੈ, ਕਿੱਥੇ ਕਰਨੀ ਹੈ, ਕਿਹਨੇ ਉਹਨੂੰ ਛਡਾਉਣਾ ਹੈ। ਉਹਦੇ ਇੱਕ ਆਹ ਗੱਲ ਮੈਂ ਕੌਮ ਨੂੰ ਬੇਨਤੀ ਕਰਦਾ, ਤੁਹਾਡੇ ਚਰਨਾਂ 'ਚ ਸਿਰ ਰੱਖ ਕੇ, ਇਹ ਵੀ ਅਗਲਿਆਂ ਨੂੰ ਪਤਾ ਤਾਂ ਵੀ ਇਹਨੂੰ ਛਡਾਉਣ ਵਾਸਤੇ ਤੇ ਬਰਖਲਾਫ ਕਿਹਨੇ ਜਾ ਕੇ ਥਾਣੇ 'ਚ ਪੇਸ਼ ਹੋਣਾ ਹੈ। ਇਹ ਗੱਲ ਤੁਹਾਨੂੰ ਸਭਾ ਆਏ ਤੇ ਪਤਾ ਲੱਗ ਜੂਗਾ। ਮੈਂ ਤੁਹਾਨੂੰ ਤਖਤ ਕੇਸਗੜ੍ਹ ਸਾਹਿਬ ਤੇ ਖੜ ਕੇ ਇਹ ਬੇਨਤੀ ਕਰਦਾ, ਇਹ ਗੱਲ ਦਾ ਵੀ ਅਗਲਿਆਂ ਨੇ ਪਹਿਲਾਂ ਤੈਅ ਕਰਿਆ ਹੋਇਆ ਤਾਂ ਵੀ ਇਹਦੇ ਖਿਲਾਫ ਕੌਣ ਖੜੂਗਾ। ਇਹ ਨੁਕਤਾ ਜੇ ਤੁਸੀਂ ਨਾ ਸਮਝਿਆ, ਐਡਾ ਬੜਾ ਧੋਖਾ ਖਾਓਗੇ ਜ਼ਿੰਦਗੀ 'ਚ, ਯਾਦ ਰੱਖੋਗੇ। ਇਹਦੇ ਖਿਲਾਫ ਇਸ ਬੰਦੇ ਦੇ ਜਿਹੜਾ ਬੰਦੇ ਨੇ ਬੇਅਦਬੀ ਕਰੀ ਹੈ, ਉਹਦੇ ਖਿਲਾਫ ਖੜਨੇ ਵਾਲੇ ਵੀ ਬੰਦੇ ਅਗਲੇ ਨੇ ਪਹਿਲਾਂ ਹੀ ਸੈੱਟ ਕਰੇ ਹੋਏ। ਤੇ ਇਹ ਗੱਲ ਆਪਣਾ, ਮੈਂ ਕਿਸੇ ਬਾਰੇ ਇਸ ਕਰਕੇ ਨਹੀਂ ਬੋਲ ਸਕਦਾ, ਕੌਮ 'ਚ ਏਕਾ ਰਹੇ। ਮਹਾਰਾਜ ਦਾ ਇਹ ਫਰਮਾਨ ਹੈ ਕਿ ਕਿਸੇ ਸਿੱਖ ਦੇ ਸਿੱਖ ਖਿਲਾਫ ਨਾ ਬੋਲੇ, ਪਰ ਸਿੱਖੀ ਭੇਸ 'ਚ ਕੋਈ ਕੌਮ ਨਾਲ ਧੋਖਾ ਨਾ ਕਰੇ। ਇਹ ਵੀ ਗੱਲ ਅਹਿਮ ਹੈ। ਜੇ ਤੁਸੀਂ ਚਾਹੁੰਦੇ ਆ ਧੋਖੇ ਤੇ ਬਚਣਾ, ਤਾਂ ਇਹ ਗੱਲ ਪਹਿਲਾਂ ਸਮਝ ਕੇ ਘਰ ਤੇ ਚੱਲਿਓ ਕਿ ਉਹਨੂੰ ਬੇਅਦਬੀ ਕਰਨ ਵਾਲੇ, ਕਰਾਉਣ ਵਾਲੇ, ਉਹਦੇ ਖਿਲਾਫ ਖੜਨ ਵਾਲੇ ਬੰਦੇ, ਮੈਂ ਦਾਅਵਾ ਕਰਦਾ ਪਹਿਲਾਂ ਹੀ ਤੈਅ ਕੀਤੇ ਹੋਏ ਤੇ, ਔਰ ਸਾਰਾ ਕੇਸ
ਪੂਰਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਾਲਾਂ ਬੱਧੀ ਸਮਾਂ ਪਾ ਕੇ ਪਤਾ ਲੱਗ ਜੂਗਾ ਵੀ ਏਜੰਸੀਆਂ ਦੇ ਹੱਥ ਕਿੱਥੇ ਤੱਕ ਫੈਲੇ ਹੋਏ ਆ। ਅੱਖਾਂ ਖੋਲ ਕੇ ਦਿਮਾਗ ਖੋਲ ਕੇ ਚੱਲਿਓ। ਕਿਸੇ ਦੇ ਨਾਲ ਖੜ ਕੇ ਮੈਂ ਗੋਲੀ ਮਾਰ ਦੂੰ, ਮੈਂ ਫਲਾਣਾ ਕਰ ਦੂੰ, ਜੋ ਕਰਨਾ ਗੁਰੂ ਦੀ ਬੇਅਦਬੀ ਵਾਸਤੇ ਟੱਬਰ ਵਾਰ ਦਿਓ, ਪਰ ਆਪਣੇ ਨਾਲ ਖੜੇ ਜਿਹੜਾ ਤੁਹਾਡੇ ਗੁਆਂਢ 'ਚੋਂ ਗਿਆ ਉਹਦੇ ਨਾਲ ਕੋਈ ਗੱਲ ਇਦਾਂ ਦੀ ਨਾ ਕਰੋ। ਰੱਬ ਦਾ ਵਾਸਤਾ ਜੇ ਬਚਣਾ, ਨਹੀਂ ਤਾਂ ਫਿਰ ਤੁਸੀਂ ਤਾਂ ਕਿਸੇ ਦੇ ਕੁਛ ਨਹੀਂ ਮਾਰਨਾ, ਤੁਹਾਡੀਆਂ ਲੱਤਾਂ ਅਗਲੇ ਨੇ ਪੀੜ ਕੇ ਸਿੱਟ ਦੇਣੀਆਂ। ਪ੍ਰੂਫ ਤੁਹਾਡੇ ਜੇਬ 'ਚੋਂ ਕੱਢ ਕੇ ਕਰਿਆ ਹੋਇਆ ਰਿਕਾਰਡ ਅਗਲੇ ਨੇ ਟਾਂ ਬੋਲਣਾ ਤੋਤੇ ਵਾਂਗੂ। ਤੁਸੀਂ ਉੱਥੇ ਬਕਵਾਸ ਕਰਨੀ ਬੰਦ ਕਰ ਦਿਓ, ਜਿਹੜਾ ਕੁਛ ਕਰਨਾ ਕਰ ਦਿਓ ਬਸ ਚੁੱਪ ਚਪੀਤੇ ਹੀ। ਗੁਰੂ ਸਾਹਿਬ ਨੂੰ ਕਰੋ ਅਰਦਾਸ, ਹੁਕਮਨਾਮਾ ਲਓ, ਜਾ ਕੇ ਫੜਕਾ ਦਿਓ, ਪਰ ਆਪਣੇ ਨਾਲ ਵਾਲੇ ਨੂੰ ਕਾਂ ਨਾ ਕਰੋ ਵੀ ਮੈਂ ਆਹ ਕਰੂੰਗਾ ਮੈਂ ਉਹ ਕਰੂੰਗਾ। ਕੁਛ ਨਹੀਂ ਕਰਨਾ, ਆਪਾਂ ਨੇ ਛਿੱਤਰ ਖਾਣੇ ਆ। ਜੇ ਕੁਛ ਕਰਨਾ ਫਿਰ ਗੁਰੂ ਪਿਤਾ ਜੀ ਦੇ ਕੋਲ ਜਾਓ, ਬੈਠ ਕੇ ਅਰਦਾਸ ਕਰੋ, ਜਪਜੀ ਸਾਹਿਬ ਦਾ ਪਾਠ ਇੱਕ ਮਨ ਇੱਕ ਚਿੱਤ ਪੜ੍ਹੋ, ਅਰਦਾਸ ਕਰੋ, ਦੇਗ ਕਰਾਓ, ਕਰਕੇ ਅਰਦਾਸਾ ਜੋ ਕੁਛ ਕਰਨਾ ਕਰ ਦਿਓ, ਪਰ ਲਾਗ ਵਾਲੇ ਕੋਲ ਜਾ ਕੇ ਟਾਂ ਮਗਜ ਨਾ ਮਾਰੋ। ਇਹ ਗੱਲ ਨੇ ਤੁਹਾਨੂੰ ਮਰਵਾ ਦੇਣਾ। ਮੈਂ ਤੁਹਾਨੂੰ ਦੱਸ ਦੇਣਾ, ਮੈਂ 10 ਘੰਟੇ ਹੋ ਗਏ ਇਹੀ ਕੁਛ ਦੇਖਦਾ। ਹਾਂ, ਬਹੁਤੇ ਜਕਾਰੇ ਛੱਡਣ ਦੀ ਲੋੜ ਨਹੀਂ। ਬਾਬੇ ਸ੍ਰੀ ਚੰਦ ਵਾਂਗੂ ਬਾਂਹ ਖੜੀ ਕਰਕੇ ਇਹਨਾਂ ਨੂੰ ਥੱਲੇ ਰੱਖ ਕੇ ਮਾਰ ਦਿਓ ਜਿਹਨੇ ਮਾਰਨਾ। ਛੱਡੋ ਨਾ ਸਾਲੇ ਨੂੰ। ਮੈਂ ਤਾਂ ਕਹਿੰਦਾ ਜਿੱਥੇ ਡਿੱਕੇ ਆਉਂਦਾ ਰਗੜ ਦਿਓ ਬਸ। ਅਸੀਂ ਤਾਂ ਮਾਰੂਗੇ ਜਿਹੜਾ ਸਾਡੇ ਕੋਲ ਆਊਗਾ, ਬਿਲਕੁਲ ਨਹੀਂ ਛੱਡਣਾ। ਪਰ ਜਿਹੜਾ ਤੁਹਾਨੂੰ ਇਹ ਮੈਂ ਤੁਹਾਨੂੰ ਦੱਸਦਾ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦੇਣਾ, ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰ ਤੁਹਾਡੀ ਮਦਦ ਕਰਨਗੇ, ਨਾਲ ਖੜੇ ਅਗਲੇ RSS ਦੇ ਆਸ ਰੱਖ ਕੇ ਨੌਰੇ ਆਇਓ, ਤੁਹਾਨੂੰ ਉਹ ਕਮਰੇ ਦੇਣਗੇ। ਜੇ ਦੇਣਗੇ ਸਿਫਾਰਿਸ਼ ਨਾਲ ਬਾਦਲ ਵਾਲੀ ਨਾ ਦੇਣਗੇ, ਸੁਖਬੀਰ ਨੂੰ ਵੋਟਾਂ ਪਾਇਓ ਤਾਂ ਮਿਲੂਗਾ ਉਹ। ਜੇ ਤੁਸੀਂ ਚਾਹੁੰਦੇ ਆ ਵੀ ਕੌਮ ਦੀ ਕਰਨੀ ਆ ਸੇਵਾ SGPC ਪਰ ਨਾਲ ਤਬਾਰ ਵੀ ਕਰਨਾ, ਬਾਈ ਦੋਹੇ ਕੰਮ ਨਹੀਂ ਹੋਣਗੇ। ਤੁਸੀਂ ਮੌਤ ਤੁਹਾਡੀ 4 ਛਪੇਰੇ ਸਿੱਖਾਂ ਦੀ ਸਾਡੀ, ਅਗਲੇ ਨੇ ਘੇਰਾ ਸਾਡੇ ਮੱਕੜੀ ਜਾਲ ਪੂਰਾ ਪਾਇਆ ਹੋਇਆ। ਤੁਹਾਡੀ ਬਹਾਦਰੀ ਆ। ਮਹਾਰਾਜ ਦਾ ਇੱਕ ਕੰਮ ਕਰ ਲਓ, ਤੁਸੀਂ ਕਿਸੇ ਨੂੰ ਮਾਰੋ ਨਾ, ਕਿ ਤੁਸੀਂ ਕਿਸੇ ਬਾਰੇ ਕੁਛ ਮਾੜਾ ਨਾ ਬੋਲੋ। ਜਿਹਨੂੰ ਮਾਰਨਾ ਉਹ ਦੱਸਤਾ ਕਿਵੇਂ ਮਾਰਨਾ। ਇੱਕ ਕੰਮ ਕਰਨਾ ਸ਼ੁਰੂ ਕਰ ਦਿਓ, ਕੇਸ ਦਾੜੀ ਰੱਖ ਕੇ ਨਸ਼ੇ ਛੱਡ ਕੇ ਜਪਜੀ ਸਾਹਿਬ ਦਾ ਰਹਿ ਰਸ ਦਾ ਪਾਠ ਕਰਨਾ ਸ਼ੁਰੂ ਕਰ ਦਿਓ। ਤੁਹਾਡਾ ਮਾਲਕ ਗੁਰੂ ਗੋਬਿੰਦ ਸਿੰਘ ਹੋਊਗਾ, ਜਿਹਨੂੰ ਮਰਾਉਣਾ ਆਪੇ ਸਿਰ ਪਰ ਹੱਥ ਰੱਖ ਕੇ ਮਰਾ ਲੂਗਾ। ਆਪਾਂ ਮਾਰੇ ਨਹੀਂ ਕਿਸੇ ਨੂੰ ਸਕਦੇ, ਇਹ ਗੱਲ ਪੱਕੀ ਹੈ। ਜੇ ਗੁਰੂ ਸਾਹਿਬ ਨੇ ਆਪਣੇ ਕਰਮਾਂ 'ਚ ਸੇਵਾ ਲਿਖੀ ਹੈ, ਉਹ ਬਾਣੀ ਕਰਕੇ ਲਿਖੂਗਾ। ਬਾਣੀ ਕਰ ਲਓ, ਲੰਗਰ ਦੇ ਭਾਂਡੇ ਮਾਂਜ ਲਓ, ਬਾਬਿਆਂ ਦਾ ਛੱਡ ਕੇ ਖੜਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾ ਦਿਓ ਸਿਰ ਵੀ ਮਹਾਰਾਜ ਤੈਨੂੰ ਸਮਰਪਿਤ ਹੈ। ਅਸੀਂ ਨਹੀਂ ਕਿਸੇ ਬਾਬੇ ਦੇ, ਅਸੀਂ ਨਹੀਂ ਕਿਸੇ ਛਾਬੇ ਦੇ। ਜੇ ਜਪਜੀ ਸਾਹਿਬ ਦਾ ਪਾਠ ਸਿੱਧੇ ਹੋ ਕੇ ਬੰਦੇ ਦੇ ਪੁੱਤ ਬਣ ਕੇ ਕਰੂੰਗੇ, ਭਾਂਡੇ ਮਾਂਜੂਗੇ ਔਰ ਲੰਗਰ ਦੇ ਭਾਂਡੇ ਮਾਂਜੂਗੇ। ਸ਼ਾਮ ਨੂੰ ਰਹਿ ਰਾਸ ਕੀਰਤਨ ਸੋਲਾ ਕਰ ਲਿਓ, ਪੰਜ ਬਣਾ ਪੜਿਓ, ਕੱਲੀ ਜਪਜੀ ਸਾਹਿਬੇ ਪੜ੍ਹ ਲਓ, ਗੁਰੂ ਦੇ ਕੇਸ ਦਾੜਾ ਰੱਖ ਲਓ। ਇੰਨੇ ਕੁ ਨਾਲ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰੋਜ਼ਾਨਾ ਕਰੀਏ ਅਰਦਾਸ, ਮਹਾਰਾਜ ਸਾਡੇ ਕਰਮਾਂ 'ਚ ਨਹੀਂ ਹੈਗੀ, ਤੂੰ ਸੇਵਾ ਬਖਸ਼ ਦੇ। ਆਪੇ ਗੁਰੂ ਪਾਤਸ਼ਾਹ ਉਹਨਾਂ ਦਾ ਹੁਕਮ ਚੱਲਦਾ ਸ੍ਰਿਸ਼ਟੀ ਪਰ, ਆਪੇ ਕਰਾ ਲੈਣਗੇ ਜਿੱਥੇ ਕਰਾਉਣੀ ਹੈ। ਔਰ ਇਹ ਬੰਦੇ ਆ ਖਤਰਨਾਕ, ਆਪ ਇਹ ਜਿਪਸੀਆਂ 'ਚ ਫਿਰਦੇ ਆ ਪ੍ਰੋਟੈਕਸ਼ਨ ਲੈ ਕੇ, ਤੁਹਾਨੂੰ ਇਹ ਮਾਰਨ ਦੇ ਦੇਣਗੇ ਅੰਦਰ, ਕਿਸੇ ਨੂੰ ਉੱਥੇ ਨਹੀਂ ਮਰਨਾ ਇਹਨਾਂ ਦੇ ਕੋਲੇ, ਤਾਂ ਆਪਾਂ ਨੂੰ ਵੱਢਣਗੇ ਸ਼੍ਰੋਮਣੀ ਕਮੇਟੀ ਵਾਲੇ। ਤਾਂ ਆਪਣਾ ਯਾਦ ਰੱਖਿਓ। ਸੋ ਬਿਲਕੁਲ ਜੀ, ਜਿਹੜੇ ਸਿੱਖ ਸੰਗਤਾਂ ਹੈਗੀਆਂ ਉਹਨਾਂ ਦੇ ਵਿੱਚ ਰੋਸ ਹੈ, ਤੇ ਨਾਲ ਹੀ ਹਰਜੀਤ ਸਿੰਘ ਸਿੱਧੂ ਹੋਰਾਂ ਨੇ ਵੀ ਕਿਹਾ ਵੀ ਇਹਦੇ ਸ਼ੰਕਾ ਉਹਨਾਂ ਦਾ, ਔਰ ਦਾਅਵਾ ਕਰ ਰਹੇ ਨੇ ਤਾਂ ਵੀ ਜਿਹੜੇ ਇੱਥੇ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿੱਚ ਕੁਝ ਏਜੰਸੀਆਂ ਦੇ ਵੀ ਲੋਕ ਹੈਗੇ ਨੇ ਜਿਹੜੇ ਸਿੱਖ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਉਹਨਾਂ ਤੋਂ ਵੀ ਗੁਰੇਜ਼ ਇਹਨਾਂ ਨੇ ਕਿਹਾ ਵੀ ਕੀਤਾ ਜਾਵੇ। ਪਰ ਹੁਣ ਵੇਖਣਾ ਹੀ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜੋ ਦੋਸ਼ੀ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸ੍ਰੀ ਅਨੰਦਪੁਰ ਸਾਹਿਬ।